Hello, everyone. I think it's good to go. Okay. Alrighty. ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦੇ ਮੈਸੇजेस ਦੇ। ਬਾਕੀ ਤੁਸੀਂ ਸਾਨੂੰ ਮੈਸੇजेस ਕਾਉਂਸਲਿੰਗ ਵਾਸਤੇ ਕਰ ਰਹੇ ਆ। ਸੋ ਰਾਈਟ ਨਾਓ ਅਸੀਂ ਕਾਉਂਸਲਿੰਗ ਨਹੀਂ ਕਰ ਰਹੇਗੇ। ਸੋ ਪਲੀਜ਼ ਤੁਸੀਂ ਹੋਰ ਆਰਗੇਨਾਈਜੇਸ਼ਨਸ ਨੂੰ ਸੰਪਰਕ ਕਰ ਸਕਦੇ ਆਪਣੇ ਕਾਉਂਸਲਿੰਗ ਵਾਸਤੇ। ਅਸੀਂ ਮੈਸੇजेस ਅਸੀਂ ਕੋਈ ਫੋਨ ਕੰਸਲਟੇਸ਼ਨ ਨਹੀਂ ਕਰ ਰਹੇਗੇ ਰਾਈਟ ਨਾਓ। ਸੋ ਮੈਂ ਤੁਹਾਨੂੰ ਹਾਈਲੀ ਇਨਕਰੇਜ ਕਰੂੰਗੀ ਕਿ ਜੇ ਤੁਹਾਡਾ ਤੁਹਾਨੂੰ ਐਮਰਜੈਂਸੀ ਅਰਜੈਂਟ ਆ ਤੁਹਾਡੀ ਹੈਲਪ, ਤਾਂ ਤੁਸੀਂ ਦੇਰ ਇਜ਼ ਅਰਜੈਂਟ ਪ੍ਰਾਇਮਰੀ ਸਰੀ ਸੈਂਟਰ ਆ ਜਿੱਥੇ ਕਿ ਮੈਂਟਲ ਹੈਲਪ ਅਵੇਲੇਬਲ ਆ ਹਸਪੀਟਲ ਦੇ ਬਿਲਕੁਲ ਨਾਲ। ਸੋ ਤੁਸੀਂ ਉੱਥੇ ਵੀ ਜਾ ਸਕਦੇ ਹੋ। ਸੋ ਰਾਈਟ ਨਾਓ ਅਸੀਂ ਫੋਨ ਕੰਸਲਟੇਸ਼ਨ 'ਤੇ ਅਸੀਂ ਕਾਉਂਸਲਿੰਗ ਨਹੀਂ ਕਰ ਰਹੇ। ਸੋ ਅੱਜ ਕਾਹਦੇ ਬਾਰੇ ਅਸੀਂ ਗੱਲ ਕਰਾਂਗੇ? ਅੱਜ ਅਸੀਂ ਗੱਲ ਕਰਾਂਗੇ, ਥੋੜ੍ਹਾ ਟੌਪਿਕ ਡੀਪ ਆ। ਮੈਂ ਕੋਸ਼ਿਸ਼ ਕਰੂੰਗੀ ਕਿ ਆਪਾਂ ਨੂੰ ਇਹਨੂੰ ਇਨਫ ਇਹਦੀ ਡੀਟੇਲਸ ਇਹਨੂੰ ਸਮਝਾਉਣ ਦੀ। ਪਰ ਜੇ ਅਸੀਂ ਨਾ ਕਵਰ ਕਰ ਸਕਦੇ ਤਾਂ ਫਿਰ ਅਸੀਂ ਇਹੀ ਟੌਪਿਕ ਕਿਸੇ ਹੋਰ ਸੈਸ਼ਨ ਦੇ ਵਿੱਚ ਵੀ ਡਿਸਕਸ ਕਰਾਂਗੇ। ਸੋ ਅੱਜ ਅਸੀਂ ਜਿਹੜਾ ਟੌਪਿਕ ਡਿਸਕਸ ਕਰਨਾ ਉਹ ਈਗੋ ਕੀ ਆ, ਜਿਹੜੀ ਸਾਡੀ ਲਾਈਫ ਦੇ ਵਿੱਚ ਉਹ ਪਲੇ ਕਰਦੀ ਆ, ਉਹਦਾ ਮਕਸਦ ਕੀ ਹੈ, ਇਹਨੂੰ ਸਾਡੀ ਪੇਰੈਂਟਿੰਗ ਦੇ ਵਿੱਚ ਕਿਉਂ ਆਉਂਦੀ ਆ। ਸੋ ਜਿਵੇਂ ਕਿ ਆਪਾਂ ਹਰ ਵੇਲੇ ਜਿਹੜੀ ਕਾਉਂਸਲਿੰਗ ਦਾ ਕੰਮ ਆ ਨਾ, ਜਿਹੜੀਆਂ ਅਸੀਂ ਤੁਹਾਨੂੰ ਟੈਕਨੀਕਸ ਦਿੰਦੇ ਹਾਂ ਇਸ ਸੈਸ਼ਨ ਦੇ ਥਰੂ ਵੀ, ਸਾਡਾ ਇਹ ਅਸੀਂ ਕਾਉਂਸਲਿੰਗ ਸੈਸ਼ਨਸ ਦੇ ਵਿੱਚ ਵਰਤੀ ਦੀਆਂ ਵਾ। ਸੋ ਰਾਈਟ ਨਾਓ ਅਸੀਂ ਵੱਧ ਤੋਂ ਵੱਧ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ ਸੀ ਇਸ ਕ੍ਰਾਈਸਿਸ ਦੇ ਵਿੱਚ ਸਾਰੇ ਇਕੱਠੇ ਹਾਂ। ਸੋ ਇਹਨਾਂ ਵੀਡੀਓਜ਼ ਦੇ ਨਾਲ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜੇ ਤੁਹਾਨੂੰ ਲੱਗਦਾ ਕਿ ਇਹ ਵੀਡੀਓ ਕਿਸੇ ਦੀ ਮਦਦ ਕਰ ਸਕਦੀ ਆ। ਸੋ ਪਲੀਜ਼ ਵੱਧ ਤੋਂ ਵੱਧ ਸ਼ੇਅਰ ਕਰੋ ਇਹਨਾਂ ਵੀਡੀਓਜ਼ ਨੂੰ, ਤਾਂ ਜੋ ਹੋਰ ਵੀ ਲੋਕਾਂ ਦੀ ਮਦਦ ਹੋ ਸਕੇ। ਸੋ ਸਾਡਾ ਮਕਸਦ ਇਹ ਹੈ ਕਿ ਇਸ ਪੇਜ ਰਾਹੀਂ ਅਸੀਂ ਵੱਧ ਤੋਂ ਵੱਧ ਮਦਦ ਕਰ ਸਕੀਏ, ਮਾਨਸਿਕ ਮਦਦ ਕਰ ਸਕੀਏ ਤੁਹਾਡੀ ਇਸ ਕ੍ਰਾਈਸਿਸ ਦੇ ਦੌਰਾਨ। ਹਾਂਜੀ, ਸੋ ਈਗੋ ਦਾ ਮਤਲਬ ਹੈ, ਈਗੋ ਕੀ ਆ। ਐਂਡ ਅਸੀਂ ਕਲਚਰੀ ਐਂਡ ਹਰ ਲਾਈਵ ਸੈਸ਼ਨ ਦੇ ਵਿੱਚ ਅਸੀਂ ਇਹ ਡਿਸਕਸ ਕਰੀਦਾ ਕਿ ਸਾਡਾ ਕੰਮ ਅਸੀਂ ਮਾਨਸਿਕਤਾ ਨੂੰ, ਜਿਵੇਂ ਇੱਕ ਕਾਉਂਸਲਰ ਮਾਨਸਿਕਤਾ ਨੂੰ ਟਟੋਲਦਾ ਵਾ ਐਂਡ ਮਾਨਸਿਕਤਾ ਨੂੰ ਢਾਉਂਦਾ, ਜਿਵੇਂ ਅਸੀਂ ਪੁਰਾਣਾ ਘਰ ਢਾਉਂਦੇ ਹਾਂ, ਉਵੇਂ ਅਸੀਂ ਪੁਰਾਣੀ ਮਾਨਸਿਕਤਾ ਨੂੰ ਢਾਉਂਦੇ ਹਾਂ, ਉਹਦੇ ਵਿੱਚ ਟਟੋਲਦੇ ਹਾਂ ਵੀ ਉਹਦੇ ਵਿੱਚ ਇੱਕ ਡੀਕਨਸਟਰਕਸ਼ਨ ਅਸੀਂ ਕਰਦੇ ਹਾਂ ਜਦੋਂ ਸਾਡੇ ਕੋਲ ਕਾਉਂਸਲਿੰਗ ਲਈ ਕੇਸਿਸ ਆਉਂਦੇ ਆ। ਸੋ ਈਗੋ ਦਾ ਮਤਲਬ ਹੈ ਕਿ ਅਸੀਂ ਆਪਣੀ ਆਇਡੈਂਟੀਟੀ ਇੱਕ ਬਾਹਰਲੀ ਚੀਜ਼ ਦੇ ਨਾਲ ਜੋੜੀ ਵੀ। ਅਸੀਂ ਆਪਣੀ ਯੋਗਤਾ, ਆਪਣੀ ਵਰਥ, ਆਪਣੀ ਪਾਵਰ ਅਸੀਂ ਇੱਕ ਬਾਹਰਲੀ ਚੀਜ਼ ਦੇ ਨਾਲ ਜੋੜੀ ਵੀ ਆ। ਹੁੰਦਾ ਕੀ ਆ ਕਿ ਸਾਨੂੰ ਜਿਹੜੇ ਕਲਚਰ ਦੇ ਵਿੱਚ ਅਸੀਂ ਟ੍ਰੇਨ ਕੀਤੇ ਜਾਂਦੇ ਹਾਂ, ਜਿਸ ਸੁਸਾਇਟੀ ਦੇ ਤਰ੍ਹਾਂ ਹੀ ਸਾਨੂੰ ਟ੍ਰੇਨਿੰਗ ਮਿਲਦੀ ਆ, ਸਾਨੂੰ ਬਾਹਰਲੀਆਂ ਚੀਜ਼ਾਂ ਦੇ ਵਿੱਚ ਪਾਵਰ ਅਤੇ ਪਾਵਰਫੁਲ ਮਹਿਸੂਸ ਹੋਣਾ ਸਿਖਾਇਆ ਜਾਂਦਾ। ਪਰ ਅੰਦਰ ਅਸੀਂ ਆਪਦੇ ਅੰਦਰ ਯੋਗਤਾ ਕਿਹੜੀ ਰੱਖਣੀ, ਆਪਦੇ ਅੰਦਰ ਯੋਗਤਾ ਮਹਿਸੂਸ ਕਰਨੀ, ਇਹ ਸਾਨੂੰ ਨਹੀਂ ਦੱਸੀ ਜਾਂਦੀ। ਸੋ ਫੋਰ ਐਗਜ਼ਾਮਪਲ, ਅਸੀਂ ਉਹਨੇ ਕੀ ਸਾਡੇ ਯੋਗਤਾ ਵਾ, ਅਸੀਂ ਜਿਵੇਂ ਈਗੋ ਦਾ ਮਤਲਬ ਹੈ ਕਿ ਤੁਹਾਡੀ ਜਿਹੜੀ ਆਇਡੈਂਟੀਟੀ, ਤੁਹਾਡੀ ਜਿਹੜੀ ਯੋਗਤਾ, ਤੁਹਾਡੀ ਜਿਹੜੀ ਵਰਥ ਆ, ਤੁਹਾਡੀ ਜਿਹੜੀ ਪਾਵਰ, ਉਹ ਬਾਹਰਲੀ ਚੀਜ਼ ਦੇ ਨਾਲ ਅਟੈਚ ਕੀਤੀ ਜਾਵੇ। ਸੋ ਮੈਂ ਉਨੀ ਓ ਕੀ ਪਾਵਰਫੁੱਲ ਹਾਂ, ਜੇ ਮੇਰੇ ਕੋਲ ਵੱਡੀ ਕਾਰ ਹੋਊਗੀ ਅਤੇ ਮੈਂ ਪਾਵਰਫੁੱਲ ਹਾਂ ਤਾਂ ਮੇਰੇ 'ਚ ਯੋਗਤਾ ਵੱਧਦਾ। ਸੋ ਇਹ ਕਲਚਰ, ਸੁਸਾਇਟੀ ਨੇ ਸਾਨੂੰ ਦੱਸਿਆ ਵਾ, ਜੇ ਮੇਰੇ ਕੋਲ ਵੱਡਾ ਘਰ ਹੋਊ ਤਾਂ ਮੈਂ ਪਾਵਰਫੁੱਲ ਹਾਂ, ਮੈਂ ਯੋਗਤਾ ਵਾਂ ਇਹਦੇ ਵਿੱਚ। ਮੈਂ ਨਹੀਂ ਯੋਗਤਾ, ਮੈਂ ਇਕੱਲੀ ਆਪਦੇ ਆਪ ਦੇ ਵਿੱਚ ਮੈਨੂੰ ਯੋਗਤਾ ਨਹੀਂ ਸਿਖਾਈ ਜਾਂਦੀ, ਆਪਦੇ ਆਪ ਵਿੱਚ ਮੈਨੂੰ ਪਾਵਰਫੁਲਨੈਸ ਨਹੀਂ ਸਿਖਾਈ ਜਾਂਦੀ। ਮੈਨੂੰ ਪਾਵਰਫੁਲ ਮਹਿਸੂਸ ਕਰਨ ਲਈ ਬਾਹਰਲੀਆਂ ਚੀਜ਼ਾਂ ਵੱਲ ਝਾਕਣਾ ਪੈਂਦਾ ਐਂਡ ਇਹ ਟ੍ਰੇਨਿੰਗ ਦਿੱਤੀ ਜਾਂਦੀ ਪ੍ਰੋਪਰਲੀ। ਸੋ ਫੋਰ ਐਗਜ਼ਾਮਪਲ, ਸਾਡੀ ਅਟੈਚਮੈਂਟ ਹੁੰਦੀ ਹੈ ਕਿ ਕਿਹੜੀ ਚੀਜ਼ ਸਾਡੇ ਕੋਲ ਹੈ। ਜੇ ਸਾਡੇ ਕੋਲ ਕਾਰ ਤਾਂ ਅਸੀਂ ਪਾਵਰਫੁੱਲ ਆ, ਵੱਡੀ ਕਾਰ ਤਾਂ ਪਾਵਰਫੁੱਲ ਆ, ਵੱਡਾ ਘਰ ਤਾਂ ਪਾਵਰਫੁੱਲ ਆ। ਜੇ ਸਾਡੇ ਕੋਲ ਜ਼ਿਆਦਾ ਚੀਜ਼ਾਂ ਵਾ ਅਸੀਂ ਤਾਂ ਪਾਵਰਫੁੱਲ ਆ, ਜੇ ਅਸੀਂ ਮਹਿੰਗੀਆਂ ਚੀਜ਼ਾਂ ਪਾਉਂਦੇ ਹਾਂ ਤਾਂ ਅਸੀਂ ਪਾਵਰਫੁੱਲ ਆ। ਬੇਸਿਕਲੀ ਇੱਥੇ ਕੋਈ ਪਾਵਰ ਨਹੀਂ ਹੈਗੀ, ਉਹਨਾਂ ਚੀਜ਼ਾਂ ਦੇ ਵਿੱਚ ਪਾਵਰ ਆ। ਅਤੇ ਜੇ ਉਹ ਚੀਜ਼ਾਂ ਮੇਰੇ ਕੋਲ ਹੈ, ਇਹਦਾ ਮਤਲਬ ਮੈਂ ਪਾਵਰਫੁੱਲ ਆ। ਜੇ ਉਹ ਚੀਜ਼ਾਂ ਮੇਰੇ ਕੋਲ ਕੱਲ੍ਹ ਨੂੰ ਚਲੀਆਂ ਜਾਂਦੀਆਂ ਤਾਂ ਮੈਂ ਬੇਕਾਰ ਆ। ਐਂਡ ਦੂਸਰੀਆਂ, ਸਾਡੀ ਅਟੈਚਮੈਂਟ, ਲੋਕਾਂ ਦੇ ਨਜ਼ਰੀਏ, ਲੋਕ ਸਾਡੇ ਬਾਰੇ ਕੀ ਕਹਿਣਗੇ। ਸੋ ਸਾਡੀ ਪਾਵਰ, ਜੇ ਤਾਂ 4-5 ਇਨਸਾਨ ਤੇਰੇ ਲਈ ਚੰਗਾ ਕਹਿੰਦੇ ਆ ਤਾਂ ਇਹਦਾ ਮਤਲਬ ਹੈਗਾ ਤੂੰ ਪਾਵਰਫੁੱਲ ਆ। ਜੇ 4-5 ਇਨਸਾਨ ਤੈਨੂੰ ਬੇਕਾਰ ਕਹਿੰਦੇ ਤਾਂ ਤੂੰ ਸੱਚੀ ਬੇਕਾਰ ਆ, ਕਿਉਂਕਿ ਤੇਰੇ ਅੰਦਰ ਆ ਜਿਹੜੀ ਯੋਗਤਾ, ਤੇਰੇ ਅੰਦਰ ਪਾਵਰਫੁਲਨੈਸ, ਆਪਦੇ ਲੈਵਲ 'ਤੇ ਆਪਦੇ ਆਪ ਦੇ ਵਿੱਚ ਤੂੰ ਤਾਕਤਵਰ ਹੈ ਨਹੀਂ, ਇਹ ਸਾਨੂੰ ਦਿਖਾਈ ਜਾਂਦੀ ਹੈ। ਈਗੋ ਦਾ ਮਤਲਬ ਇਹ ਹੈ ਕਿ ਅਸੀਂ ਜਿਹੜੀ ਸਾਡੀ ਪਾਵਰ ਸੀ, ਅਸੀਂ ਜਿਹੜੀ ਸਾਡੀ ਯੋਗਤਾ ਸੀ, ਉਹ ਇੱਕ ਬਾਹਰਲੀ ਚੀਜ਼ ਦੇ ਵਿੱਚ ਪਾਈ, ਇੱਥੋਂ ਅਸੀਂ ਖਾਲੀ ਹਾਂ। ਐਂਡ ਤੁਹਾਨੂੰ ਕੀ ਲੱਗਦਾ ਸਾਡੇ ਬੱਚੇ ਇੰਗਜ਼ਾਇਟੀ, ਡਿਪਰੈਸ਼ਨ, ਪੈਨਿਕ ਅਟੈਕ 'ਚ ਕਿਉਂ ਆ? ਕਿਉਂਕਿ ਇੱਥੇ ਤਾਂ ਯੋਗਤਾ ਹੈ ਨਹੀਂ, ਬਾਹਰਲੀਆਂ ਚੀਜ਼ਾਂ। ਐਂਡ ਜਦੋਂ ਬਾਹਰਲੀਆਂ ਚੀਜ਼ਾਂ ਟੁੱਟਣਗੀਆਂ ਤਾਂ ਅਸੀਂ ਨਾਲ ਟੁੱਟਾਂਗੇ, ਬਿਕਾਜ਼ ਯੋਗਤਾ ਤਾਂ ਸਾਡੀ ਬਾਹਰਲੀਆਂ ਚੀਜ਼ਾਂ 'ਚ ਪਾਈ ਵੀ ਆ। ਤੀਜੀ, ਸਾਡੇ 'ਚ ਅਸੀਂ ਕਰਦੇ ਕੀ ਹਾਂ? ਜੇ ਅਸੀਂ ਬਾਹਲੇ ਪੈਸੇ ਕਮਾਉਣੇ ਆ ਤਾਂ ਅਸੀਂ ਪਾਵਰਫੁੱਲ ਆ, ਤਾਂ ਸਾਡੇ 'ਚ ਬਹੁਤ ਯੋਗਤਾ। ਜੇ ਅਸੀਂ ਘੱਟ ਪੈਸੇ ਕਮਾਉਣੇ ਤਾਂ ਅਸੀਂ ਬੇਕਾਰ ਆ। ਸੋ
ਇਹ ਜਿਹੜੀਆਂ ਸਾਰੀਆਂ ਯੋਗਤਾਵਾਂ ਸਾਨੂੰ ਸਿਖਾਈਆਂ ਜਾਂਦੀਆਂ। ਸੋ ਫੋਰ ਐਗਜ਼ਾਮਪਲ ਮੈਂ ਇੱਕ ਤੁਹਾਨੂੰ ਇਸ ਦੇ ਥਰੂ ਦੱਸੂ, ਇਸ ਐਗਜ਼ਾਮਪਲ ਦੇ ਥਰੂ ਦੱਸੂਗੀ, ਕੋਸ਼ਿਸ਼ ਕਰਾਂਗੇ ਅਸੀਂ ਡੀਕਨਸਟਰਕਟ ਕਰ ਸਕੀਏ ਈਗੋ ਤੁਹਾਡੇ ਲਈ ਉਹ ਕੀ ਆ। ਸੋ ਫੋਰ ਐਗਜ਼ਾਮਪਲ ਆਹ ਇੱਕ ਗਲਾਸ ਆ, ਐਂਡ ਜੇ ਮੈਂ ਕਹਾਂ ਕਿ ਇਹ ਮੇਰਾ ਗਲਾਸ ਆ, ਐਂਡ ਮੈਨੂੰ ਇਹਦੇ ਵਿੱਚ, ਕਿਉਂਕਿ ਇਹ ਗਲਾਸ ਸੋਹਣਾ ਵਾ, ਇਹ ਮੇਰੇ ਕੋਲ ਫੜਿਆ ਹੋਇਆ ਅਤੇ ਮੈਨੂੰ ਪਾਵਰਫੁਲ ਮਹਿਸੂਸ ਹੁੰਦਾ ਵਾ। ਸੋ ਜਿਸ ਦਿਨ ਇਹ ਗਲਾਸ ਟੁੱਟਿਆ ਤਾਂ ਮੈਂ ਟੁੱਟੂੰਗੀ 100%, ਕਿਉਂਕਿ ਮੇਰੀ ਪਾਵਰ ਤਾਂ ਇੱਥੇ ਆ। ਪਾਵਰ ਜੇ ਮੇਰੀ ਇੱਥੇ ਹੋਈ ਤਾਂ ਗਲਾਸ ਟੁੱਟ ਗਿਆ ਅਤੇ ਮੈਂ ਤਾਂ ਫਿਰ ਵੀ ਖੜੀ ਰਹੂੰਗੀ। ਪਰ ਜੇ ਮੇਰੀ ਪਾਵਰ ਇੱਥੇ ਹੋਈ, ਇੱਥੇ ਜਿਹੜੀ ਕਿ ਅਸੀਂ ਕਲਚਰ ਸੋਸਾਇਟੀ ਸਾਨੂੰ ਪਾਉਣ ਲਈ ਕਹਿੰਦਾ ਬਾਹਰਲੀਆਂ ਚੀਜ਼ਾਂ 'ਚ ਪਾਵਰ ਪਾ, ਵੱਡੀ ਕਾਰ ਦੇ ਵਿੱਚ, ਜੇ ਤੇਰੇ ਕੋਲ ਵੱਡੀ ਕਾਰ ਆ ਤਾਂ ਤੂੰ ਪਾਵਰਫੁਲ ਆ, ਜੇ ਤੂੰ ਬਹੁਤ ਪੈਸੇ ਕਮਾਉਣਾ ਤਾਂ ਤੂੰ ਪਾਵਰਫੁਲ ਆ, ਜੇ ਤੂੰ ਬਹੁਤ ਵੱਡਾ ਤੇਰਾ ਸਟੇਟਸ ਆ, ਬਹੁਤ ਵੱਡੀ ਤੇਰੀ ਡਿਗਰੀ ਆ ਤਾਂ ਤੂੰ ਪਾਵਰਫੁਲ ਆ, ਬਹੁਤ ਲੋਕੀ ਤੈਨੂੰ 100-200 ਫੋਲੋਅਰਸ, ਤੇਰੇ ਲਾਈਕਸ ਬਹੁਤ ਜ਼ਿਆਦਾ ਆ, ਤੂੰ ਤਾਂ ਪਾਵਰਫੁਲ ਆ। ਉਹਨਾਂ ਦੀ ਚੀਜ਼ਾਂ ਨੂੰ ਮਾਈਨਸ ਕਰਕੇ ਤੂੰ ਜ਼ੀਰੋ ਆ, ਉਹਨਾਂ ਤੋਂ ਬਿਨਾਂ ਤੂੰ ਜ਼ੀਰੋ ਆ। ਐਂਡ ਜਿਵੇਂ ਕਿ ਆਪਾਂ ਨੂੰ ਸਾਰਿਆਂ ਨੂੰ ਪਤਾ, ਸੋ ਫੋਰ ਐਗਜ਼ਾਮਪਲ ਜੇ ਮੈਂ ਆਪਦੀ ਅਟੈਚਮੈਂਟ ਇਸ ਚੀਜ਼ ਨਾਲ ਜੋੜ ਲਈ ਆ, ਐਂਡ ਈਗੋ ਦਾ ਮਤਲਬ ਇਹ ਹੈ ਕਿ ਆਹ ਗਲਾਸ ਨੂੰ ਮੈਂ ਕਿਹਾ ਇਹ ਮੇਰਾ ਗਲਾਸ ਆ, ਐਂਡ ਮੇਰਾ ਗਲਾਸ ਦਾ ਕਹਿ ਕੇ ਕਿ ਇਹ ਗਲਾਸ ਮੇਰੇ ਹੱਥ 'ਚ ਆ, ਇਹ ਮੇਰਾ ਵਾ, ਐਂਡ ਜਿੰਨਾ ਚਿਰ ਕਿ ਮੇਰੇ ਹੱਥ 'ਚ ਰਹੂਗਾ ਅਤੇ ਮੈਂ ਆਪਦੇ ਆਪ 'ਚ ਤੰਦਰੁਸਤ, ਮੈਂ ਆਪਦੇ ਵਿੱਚ ਪਾਵਰਫੁਲ ਮਹਿਸੂਸ ਕਰੂੰਗੀ। ਪਰ ਜਿਵੇਂ ਕਿ ਹਰ ਬਾਹਰਲੀ ਚੀਜ਼ ਨਾਲ ਹੁੰਦਾ ਵਾ, ਜਿਹੜਾ ਕਿ ਸਾਡੇ ਨਾਲ ਹੁਣ ਵੀ ਹੋ ਰਿਹਾ ਵਾ, ਬਾਹਰਲੀ ਚੀਜ਼ ਟੁੱਟੂਗੀ, ਅੱਜ ਜਾਂ ਕੱਲ੍ਹ ਟੁੱਟੂਗੀ। ਬਾਹਰਲਾ ਕੋਈ ਵੀ ਚੀਜ਼ ਆ, ਬਾਹਰਲੀ ਕੋਈ ਵੀ ਚੀਜ਼ 'ਤੇ ਤੁਸੀਂ ਆਪਦੀ ਪਾਵਰ ਪਾ ਦਿਓ, ਇਕੋਨਮੀ 'ਤੇ ਕਿਸੇ ਵੀ ਚੀਜ਼ 'ਤੇ ਪਾ ਦਿਓ, ਉਹ ਟੁੱਟੂਗੀ। ਐਂਡ ਹੁੰਦਾ ਕੀ ਹੈ, ਜਦੋਂ ਸਾਡੀ ਬਾਹਰਲੀ ਪਾਵਰ ਟੁੱਟਦੀ ਆ, ਸਾਡੀ ਕਾਰ ਟੁੱਟਦੀ ਆ, ਸਾਡਾ ਰਿਸ਼ਤਾ ਟੁੱਟਦਾ ਵਾ, ਸਾਡੀ ਇਕੋਨਮੀ ਟੁੱਟਦੀ ਆ, ਬਾਹਰੋਂ ਸਾਡੀ A ਤੋਂ C ਗ੍ਰੇਡ ਆਉਂਦੀ, ਅਸੀਂ ਕੀ ਲੂਜ਼ ਕਰ ਦਿੰਦੇ ਹਾਂ, ਸਾਡੀ ਪਾਵਰ ਟੁੱਟ ਗਈ। ਐਂਡ ਫਿਰ ਸਾਡੇ ਵਿੱਚ ਤਾਂ ਇਕੱਲਿਆਂ 'ਚ ਕੁਛ ਵੀ ਨਹੀਂ ਸੀਗਾ। ਸੋ ਸਾਡੀ ਜਿਹੜੀ ਪਾਵਰ ਆ, ਸਾਨੂੰ ਜਿਹੜਾ ਈਗੋ ਸਿਸਟਮ ਦੇ ਵਿੱਚ ਸਿਖਾਇਆ ਜਾਂਦਾ, ਤੇਰੀ ਪਾਵਰ, ਤੇਰੀ ਯੋਗਤਾ, ਤੇਰੀ ਹੋਂਦ ਬਾਹਰਲੀਆਂ ਚੀਜ਼ਾਂ 'ਚ ਆ, ਤੇਰੇ ਵਿੱਚ ਨਹੀਂ ਹੈਗੀ। ਐਂਡ ਇਸੇ ਕਰਕੇ ਤਾਂ ਤੁਸੀਂ ਦੇਖੋ ਕਿ ਸਾਨੂੰ ਸੋਹਣੇ ਲੱਗਣ ਦਾ, ਸਪੈਸ਼ਲੀ ਔਰਤਾਂ ਨੂੰ ਸਾਨੂੰ ਸੋਹਣੇ ਲੱਗਣ ਦਾ ਕਿੰਨਾ ਹੈਗਾ ਵਾ। ਅਸੀਂ ਫਾਊਂਡੇਸ਼ਨ ਤੋਂ ਬਿਨਾਂ, ਜੀ ਹਾਂ, ਜੋ ਵੀ ਤੁਹਾਨੂੰ ਕੁਐਸਚਨਸ ਹੋਵੇ ਤੁਸੀਂ ਥੱਲੇ ਉਹ ਕੁਐਸਚਨ ਕਮੈਂਟ ਬਾਕਸ ਦੇ ਵਿੱਚ ਪਾ ਸਕਦੇ ਹੋ। ਅਸੀਂ ਕੋਸ਼ਿਸ਼ ਕਰਾਂਗੇ ਉਹਨਾਂ ਦੇ ਆਨਸਰਸ ਦੇਣ ਲਈ। ਸੋ ਇਸੇ ਕਰਕੇ ਤਾਂ ਸਾਨੂੰ ਬਾਹਰਲੀਆਂ ਚੀਜ਼ਾਂ ਦੇ ਵਿੱਚ ਪਾਵਰ ਸਿਖਾਈ। ਫੋਰ ਐਗਜ਼ਾਮਪਲ ਜੇ ਮੇਰੇ ਮੇਕਅਪ ਲੱਗ ਪਿਆ, ਜੇ ਮੈਂ ਬਹੁਤ ਸੋਹਣੀ ਲੱਗ ਰਹੀ ਹਾਂ ਤਾਂ ਮੈਂ ਪਾਵਰਫੁਲ ਮਹਿਸੂਸ ਕਰ ਰਹੀ ਹਾਂ। ਜਦੋਂ ਮੇਕਅਪ ਮੇਰੇ ਤੋਂ ਲਾਤਾ ਤੇ ਮੈਂ ਤਾਂ ਪਾਵਰਲੈਸ ਆ, ਕਿਉਂਕਿ ਮੇਰੇ ਅੰਦਰ ਦੀ ਹੋਂਦ, ਮੇਰੇ ਅੰਦਰ ਦੀ ਜਿਹੜੀ ਤਾਕਤ ਆ ਉਹ ਡਿਵੈਲਪ ਨਹੀਂ ਹੋਈ ਵੀ। ਡਿਵੈਲਪ ਕਿਉਂ ਨਹੀਂ ਹੋਈ ਵੀ? ਕਿਉਂਕਿ ਬਚਪਨ ਦੇ ਵਿੱਚ ਜਿਹੜੇ ਕਲਚਰ ਦੀ, ਜਿਹੜੀ ਸੁਸਾਇਟੀ ਦੇ ਵਿੱਚ ਅਸੀਂ ਪਲਦੇ ਹਾਂ, ਉਸ ਸੁਸਾਇਟੀ ਅਤੇ ਉਸ ਕਲਚਰ ਨੇ ਸਾਨੂੰ ਬਾਹਰ ਦੇ ਵਿੱਚ ਪਾਵਰ ਦੇਖਣੀ ਸਿਖਾਈ ਵੀ ਆ ਇੱਕ ਬੱਚੇ ਨੂੰ। ਸੋ ਐਂਡ ਮੈਂ ਇਹ ਨਹੀਂ ਕਹਿ ਰਹੀ ਕਿ ਫੋਰ ਐਗਜ਼ਾਮਪਲ ਅਸੀਂ ਬਾਹਰਲੀਆਂ ਚੀਜ਼ਾਂ ਨਹੀਂ ਵਰਤਣੀਆਂ। ਅਫਕੋਰਸ ਆਹ ਗਲਾਸ ਆ, ਮੈਂ ਵਰਤ ਸਕਦੀ ਹਾਂ, ਪਾਣੀ ਪੀਣ ਦੇ ਕੰਮ ਆ ਸਕਦਾ ਮੇਰੇ, ਮੈਂ ਆਪਦੇ ਘਰ ਦੇ ਵਿੱਚ ਇਹਨੂੰ ਰੱਖ ਸਕਦੀ ਹਾਂ, ਵਧੀਆ ਲੱਗ ਸਕਦਾ, ਇਹਨੂੰ ਸਰਵ ਕਰ ਸਕਦੀ, ਪਰ ਇਹ ਤੋਂ ਬਿਨਾਂ ਅਟੈਚ ਕੀਤੇ ਗਏ, ਕਿਉਂਕਿ ਇਹ ਗਲਾਸ ਬਾਹਰ ਹੈ ਪਰ ਮੇਰੀ ਇਹਦੇ ਨਾਲ ਪਾਵਰ ਨਹੀਂ ਅਟੈਚ। ਇਹ ਕੱਲ੍ਹ ਨੂੰ ਟੁੱਟ ਵੀ ਗਿਆ ਨਾ ਤੇ ਮੈਂ ਨਹੀਂ ਟੁੱਟੂੰਗੀ ਇਹਦੇ ਨਾਲ। ਸੋ ਇਸੇ ਕਰਕੇ ਅਸੀਂ ਚੀਜ਼ਾਂ ਵਰਤਣੀਆਂ, ਕਾਰ ਵੀ ਅਸੀਂ ਵਰਤਣੀ ਆ, ਪਰ ਕਾਰ ਦਾ ਟੁੱਟਣਾ ਸਾਡੇ ਆਤਮ ਵਿਸ਼ਵਾਸ ਦਾ ਟੁੱਟਣਾ ਨਾ ਹੋਵੇ। ਸਾਡੀ ਇਕੋਨਮੀ ਅਸੀਂ ਵਰਤਣੀ ਆ, ਪਰ ਉਹਦਾ ਬਾਹਰ ਦੇ ਜਿਹੜੇ ਸ਼ੇਅਰ ਮਾਰਕੀਟਸ ਤੇ ਇਕੋਨਮੀ ਦਾ ਟੁੱਟਣਾ, ਸਾਡਾ ਟੁੱਟਣਾ ਨਾ ਹੋਵੇ। ਜੇ ਫੋਰ ਐਗਜ਼ਾਮਪਲ ਜੇ ਅਸੀਂ ਬਾਹਰ ਮੇਕਅਪ ਤੋਂ ਬਿਨਾਂ ਜਾਂਦੇ ਹਾਂ, ਇਹਦਾ ਮਤਲਬ ਮੇਕਅਪ ਨਾਲ ਤਾਂ ਮੈਂ ਠੀਕ ਮਹਿਸੂਸ ਕਰਦੀ ਹਾਂ, ਪਾਵਰਫੁਲ ਮਹਿਸੂਸ ਕਰਦੀ ਹਾਂ। ਜਦੋਂ ਮੇਕਅਪ ਮੇਰੇ ਤੋਂ ਲਾ ਦਿੱਤਾ ਜਾਂਦਾ ਤੇ ਮੇਰਾ ਤਾਂ ਫਿਰ ਉਹੀ ਪਾਵਰਲੈਸ ਬੇਕਾਰ ਇਨਸਾਨ ਮੇਰਾ ਉਜਾਗਰ ਹੋ ਕੇ ਆ ਜਾਂਦਾ। ਐਂਡ ਇਸੇ ਕਰਕੇ ਅੱਜ ਸਾਡੇ ਬੱਚੇ ਇੰਗਜ਼ਾਇਟੀ, ਡਿਪਰੈਸ਼ਨ, ਪੈਨਿਕ ਅਟੈਕ 'ਚ ਕਿਉਂ ਆ ਰਹੇ ਆ? ਕਿਉਂਕਿ ਅਸੀਂ ਉਹਨਾਂ ਦੇ ਅੰਦਰਲੀ ਪਾਵਰ ਨਹੀਂ ਡਿਵੈਲਪ ਹੋ ਰਹੀ। ਉਹਨਾਂ ਨੂੰ ਆਪਦੇ ਆਪ 'ਚੋਂ ਯੋਗਤਾ, ਆਪਦੇ ਆਪ 'ਚ ਉਹਨਾਂ ਦਾ ਵਿਸ਼ਵਾਸ ਬਣ ਸਕੇ, ਆਪਦੇ ਆਪ ਦੇ ਵਿੱਚ ਉਹ ਪਾਵਰਫੁਲ ਮਹਿਸੂਸ ਕਰ ਸਕਣ, ਬਿਨਾਂ ਇੱਕ ਬ੍ਰਾਂਡ ਨੇਮ ਚੀਜ਼ ਪਾਏ ਹੋਏ, ਬਿਨਾਂ ਇੱਕ ਕਾਰ ਦੇ ਆਪਦੇ ਆਪ ਨੂੰ ਪਾਵਰਫੁਲ ਮਹਿਸੂਸ, ਬਿਨਾਂ ਇੱਕ ਹਾਈ ਸਟੇਟਸ, ਇੱਕ ਜੌਬ ਦੇ, ਬਿਨਾਂ ਇੱਕ ਜ਼ਿਆਦਾ ਪੈਸੇ ਦੇ ਉਹ ਆਪਦੇ ਆਪ ਨੂੰ ਪਾਵਰਫੁਲ ਮਹਿਸੂਸ ਕਰ ਸਕਣ। ਐਂਡ ਅੱਜ ਇਸ ਕ੍ਰਾਈਸਿਸ ਨੇ ਸਾਨੂੰ ਕੀ ਦਿਖਾਇਆ? ਐਂਡ ਕ੍ਰਾਈਸਿਸ ਇੱਦਾਂ ਹੀ ਹੁੰਦੇ ਆ, ਜਿਹੜੇ ਕ੍ਰਾਈਸਿਸ ਸਿਚੁਏਸ਼ਨ ਲਾਈਫ ਦੇ ਵਿੱਚ ਆਉਂਦੇ ਆ, ਉਹ ਸਾਡੇ ਤੋਂ ਚੀਜ਼ਾਂ ਖੋਹਣ ਆਉਂਦੇ ਆ। ਐਂਡ ਜਦੋਂ ਚੀਜ਼ਾਂ ਸਾਡੇ ਤੋਂ ਖੋਹ ਲਈਆਂ ਜਾਂਦੀਆਂ ਵਾ ਤੇ ਅਸੀਂ ਕੀ ਰਹਿ ਜਾਂਦੇ ਹਾਂ? ਪਾਵਰਲੈਸ, ਬੇਕਾਰ, ਜਿਹੜੇ ਕਿ ਅਸੀਂ ਆਲਰੇਡੀ ਉਸ ਸਮਾਨ ਤੋਂ ਬਿਨਾਂ ਹੁੰਦੇ ਹਾਂ। ਸੋ ਸਾਡੀ ਪਾਵਰ ਅੱਜ ਅਸੀਂ ਜਿਹੜੇ ਪੀੜ੍ਹੀ ਨੂੰ ਪਾਲ ਰਹੇ ਹਾਂ, ਜਿਹੜੀ ਜਨਰੇਸ਼ਨ ਨੂੰ ਅਸੀਂ ਪਾਲ ਰਹੇ ਹਾਂ, ਉਸ ਦੀ ਯੋਗਤਾ ਅਸੀਂ ਬਾਹਰਲੀਆਂ ਚੀਜ਼ਾਂ ਦੇ ਵਿੱਚ ਐਡ ਕੀਤੀ ਵੀ ਆ। ਸੋ ਫੋਰ ਐਗਜ਼ਾਮਪਲ ਇੱਕ ਬੱਚਾ ਇਹ ਆਇਆ ਤਾਂ ਤੂੰ ਪਾਵਰਫੁਲ ਆ, ਤੂੰ ਕੁਛ ਵੀ ਬੋਲ ਸਕਦਾ, ਤੂੰ ਪਾਵਰਫੁਲ ਆ। ਜੇ ਉਸੇ ਬੱਚੇ ਦਾ ਸੀ ਤੂੰ ਬੇਕਾਰ ਆ। ਇਹ ਨਹੀਂ ਮੈਂ ਕਹਿ ਰਹੀ ਕਿ ਅਸੀਂ ਆਪਣੇ ਬੱਚੇ ਨੂੰ ਇਨਕਰੇਜ ਨਹੀਂ ਕਰਨਾ ਪੜ੍ਹਨ ਵਾਸਤੇ। ਜੀ ਹਾਂ, ਇੱਕ ਜ਼ਿੰਦਗੀ ਦਾ ਹਿੱਸਾ ਵਾ ਇਹ। ਜੇ ਤੁਸੀਂ ਮਿਹਨਤ ਹੈਲਪ ਕਰੋ, ਮਿਹਨਤ ਕਰੋ, ਜੇ ਉਹਦੀ A ਆਉਂਦੀ ਆ, B ਆਉਂਦੀ ਆ, ਪਰ ਉਹ ਤੇਰੀ ਪਾਵਰ ਨਹੀਂ। ਪਾਵਰ, ਤੇਰੀ ਯੋਗਤਾ ਤਾਂ ਇੱਥੇ ਆ।
ਤੇਰੀ ਤਾਕਤ ਤਾਂ ਤੇਰੇ ਵਿੱਚ ਇੱਥੇ ਆ, ਤੇਰੀ ਤਾਕਤ ਕਿਸੇ ਇੱਕ ਗ੍ਰੇਡ 'ਚ ਨਹੀਂ ਹੈਗੀ। ਜ਼ਰੂਰ ਤੁਸੀਂ ਕਾਰ ਵਰਤਣੀ ਆ, ਮਹਿੰਗੀ ਕਾਰ ਵਰਤ ਲਓ, ਮਹਿੰਗੀ 'ਤੇ ਵੀ ਬੈਠ ਜਾਓ, ਮਹਿੰਗਾ ਫੋਨ ਲੈ ਲਓ, ਇਟਸ ਓਕੇ, ਉਹ ਚੀਜ਼ਾਂ ਵਰਤਣ ਵਾਸਤੇ ਆ ਐਂਡ ਉਹਨਾਂ ਨੂੰ ਵਰਤੋ ਤੁਸੀਂ। ਪਰ ਇੱਕ ਕਾਰ ਦੇ ਵਿੱਚ ਬੈਠ ਕੇ ਤੂੰ ਇਹ ਨਾ ਮਹਿਸੂਸ ਕਰੇ ਕਿ ਕਾਰ ਕਰਕੇ ਤੂੰ ਤਾਕਤਵਰ ਆ। ਤੂੰ ਕਾਰ ਤੋਂ ਬਿਨਾਂ ਵੀ ਤਾਕਤਵਰ ਆ, ਤੂੰ ਇੱਕ ਪੈਸੇ ਤੋਂ ਬਿਨਾਂ ਵੀ ਤਾਕਤਵਰ ਆ, ਤੂੰ ਇੱਕ ਇਕੋਨਮੀ ਤੋਂ ਬਿਨਾਂ ਵੀ ਤਾਕਤਵਰ ਆ, ਤੂੰ ਇੱਕ ਬ੍ਰਾਂਡ ਨੇਮ ਚੀਜ਼ਾਂ ਪਾਏ ਤੋਂ ਬਿਨਾਂ ਵੀ ਤਾਕਤਵਰ ਆ, ਤੂੰ ਇੱਕ ਮਹਿੰਗੇ ਪਰਸ ਫੜੇ ਤੋਂ ਬਿਨਾਂ ਵੀ ਤਾਕਤਵਰ ਆ, ਤੂੰ ਇੱਕ ਮੇਕਅਪ ਨਾ ਵੀ ਲਾਇਆ ਹੋਵੇ ਤੂੰ ਤਾਂ ਵੀ ਤਾਕਤਵਰ ਆ। ਉਹ ਜੀ ਤਾਕਤ ਅਸੀਂ ਆਪਣੇ ਬੱਚਿਆਂ ਦੇ ਵਿੱਚ ਅੱਜ ਦੀ ਪੀੜ੍ਹੀ ਦੇ ਵਿੱਚ ਡਿਵੈਲਪ ਨਹੀਂ ਹੋ ਰਹੀ ਐਂਡ ਇਸ ਕਰਕੇ ਸਾਡੇ ਬੱਚੇ ਮਾੜੀ ਜੀ ਬਾਹਰਲੀ ਚੀਜ਼ ਟੁੱਟਣ 'ਤੇ ਆਪ ਟੁੱਟ ਜਾਂਦੇ ਆ। ਕਿ ਇੱਕ ਬੱਚੇ ਨੂੰ C ਆ ਗਿਆ, C- ਉਹ ਤਾਂ ਫਲੋਰ 'ਤੇ ਹੋ ਜਾਂਦਾ, ਉਹ ਤਾਂ ਟੁੱਟ ਜਾਂਦਾ ਵਾ। ਬਿਕਾਜ਼ ਇੰਨੇ ਜ਼ਿਆਦਾ ਮੇਰੇ ਕੋਲ ਕਾਉਂਸਲਿੰਗ ਦੇ ਕੇਸ ਆਉਂਦੇ ਆ ਜਿੱਥੇ ਇੱਕ ਬੱਚੇ ਦੀ A ਆਉਂਦੀ ਹੁੰਦੀ ਸੀ ਅਤੇ ਉਹਦੀ B ਆਉਣ ਲੱਗ ਗਈ ਅਤੇ ਉਹ ਫਲੋਰ 'ਤੇ ਹੋ ਗਿਆ। ਬਿਕਾਜ਼ ਬਾਹਰਲੀ ਤਾਕਤ ਜਦੋਂ ਟੁੱਟੀ ਅਤੇ ਅੰਦਰੋਂ ਟੁੱਟ ਗਿਆ। ਸੁਭਾਵਿਕ ਜੀ ਚੀਜ਼ ਹੈ ਜਿਹਦੇ ਨਾਲ ਅਸੀਂ ਬੱਚੇ ਨੂੰ ਜੋੜਾਂਗੇ, ਜਿਹਦੇ ਨਾਲ ਅਸੀਂ ਆਪ ਜੁੜਾਂਗੇ, ਬਾਹਰਲੀ ਚੀਜ਼ ਨਾਲ ਜੁੜਾਂਗੇ। ਜਦੋਂ ਟੁੱਟੂਗੀ ਅਸੀਂ ਜ਼ਰੂਰ ਟੁੱਟਾਂਗੇ ਉਹਦੇ ਨਾਲ। ਸੋ ਸਾਡੀ ਜਿਹੜੀ ਅੱਜ ਦੀ ਜਨਰੇਸ਼ਨ ਆ, ਅਸੀਂ ਅੰਦਰੋਂ ਉਹਨਾਂ ਦੀ ਤਾਕਤ ਡਿਵੈਲਪ ਨਹੀਂ ਕਰ ਰਹੇ, ਅਸੀਂ ਉਹਨਾਂ ਦੀ ਬਾਹਰ। ਅਸੀਂ ਉਹਨਾਂ ਨੂੰ ਕੀ ਸਿਖਾ ਰਹੇ ਹਾਂ? ਮਹਿੰਗੇ ਬ੍ਰਾਂਡ ਦੀ ਚੀਜ਼ ਪਾਏਂਗਾ ਤੂੰ ਤਾਕਤਵਰ ਮਹਿਸੂਸ ਕਰ ਸਕਦਾ ਵਾ, ਤੂੰ ਮਹਿੰਗੀ ਕਾਰ ਲਏਂਗਾ ਤੂੰ ਤਾਕਤਵਰ ਮਹਿਸੂਸ ਕਰ ਸਕਦਾ, ਤੇਰੇ ਕੋਲ ਬਹੁਤ ਪੈਸਾ ਹੋਊਗਾ ਤੂੰ ਤਾਕਤਵਰ ਮਹਿਸੂਸ ਕਰੂਗਾ। ਇਹ ਸੁਸਾਇਟੀ ਸਿਖਾ ਰਹੀ ਆ। ਇਹਦਾ ਮਤਲਬ ਕੀ ਹੁੰਦਾ? ਉਹਨਾਂ ਚੀਜ਼ਾਂ ਜਦੋਂ ਸਾਰੀਆਂ ਉਹ ਚੀਜ਼ਾਂ ਵਾਸ਼ ਹੋ ਜਾਂਦੀਆਂ ਨਾ, ਉਦੋਂ ਅਸੀਂ ਬੇਕਾਰ ਆਪਦੇ ਆਪ ਨੂੰ ਮਹਿਸੂਸ ਕਰਦੇ ਹਾਂ ਕਿ ਅਸੀਂ ਤਾਂ ਬੇਕਾਰ ਰਹਿ ਗਏ। ਹੁਣ ਕ੍ਰਾਈਸਿਸ ਸਾਡੇ ਲਈ ਕੀ ਕਰ ਰਿਹਾ? ਸਾਡੀਆਂ ਜੋਬਸ ਲੈ ਗਿਆ, ਸਾਡੀ ਜੋਬਸ ਨਹੀਂ ਹੈਗੀਆਂ ਗੀਆਂ, ਜਿਹੜੀ ਇਕੋਨਮੀ ਸਾਡੀ ਸੀ, ਸਾਡੀ ਉਹ ਇਕੋਨਮੀ ਨਹੀਂ ਰਹੇਗੀ। ਅਸੀਂ ਬ੍ਰਾਂਡ ਨੇਮ ਕੱਪੜੇ ਨਹੀਂ ਪਾ ਕੇ ਬਾਹਰ ਨਿਕਲ ਰਹੇ, ਔਰਤਾਂ ਨਹੀਂ ਅਸੀਂ ਮੇਕਅਪ ਕਰਕੇ ਨਹੀਂ ਬਾਹਰ ਨਿਕਲਣੀਆਂ। ਬਿਕਾਜ਼ ਹੁਣ ਲੋਕਾਂ ਦੇ ਸਾਨੂੰ ਹੁਣ ਕਿਹੜਾ ਅਸੀਂ ਲੋਕਾਂ ਨੂੰ ਦਿਖਾਉਣਾ ਆਪਣੇ ਬਾਰੇ ਵੀ ਅਸੀਂ ਕਿੱਦਾਂ ਦੇ ਕਰੇ, ਤਾਂ ਅਸੀਂ ਇੱਦਾਂ ਹੀ ਫਿਰਦੇ ਰਹਿੰਦੇ ਹਾਂ। ਸੋ ਸਾਡੀ ਜਿਹੜੀ ਸਾਰੀ ਪਾਵਰ ਆ ਸਾਨੂੰ ਬਾਹਰ ਅਤੇ ਅੱਖਾਂ ਟਿਕਾਈਆਂ ਬੈਠੀਆਂ ਸੀ। ਐਂਡ ਜਦ ਕਿ ਜਿੰਨਾ ਚਿਕ ਅਸੀਂ ਆਪਣੇ ਅੰਦਰ ਨਹੀਂ ਅੱਖਾਂ ਟਿਕਾਉਂਦੇ, ਜਿੰਨਾ ਚਿਰ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਿਨਾਂ ਆਪਦੀ ਪਾਵਰ ਨਹੀਂ ਮਹਿਸੂਸ ਕਰਦੇ। ਜ਼ਰੂਰ ਇਹ ਚੀਜ਼ਾਂ ਵਰਤੋ, ਇਹ ਸਾਰੀਆਂ ਚੀਜ਼ਾਂ ਵਰਤਣ ਵਾਸਤੇ ਆ। ਕਾਰ, ਪੈਸਾ, ਸਾਰੀਆਂ ਚੀਜ਼ਾਂ ਕਰਨ ਵਾਸਤੇ ਜ਼ਿੰਦਗੀ ਦਾ ਜ਼ਿੰਦਗੀ ਦੇ ਰੀਸੋਰਸਿਸ ਇਹਨਾਂ ਨੂੰ ਵਰਤੋ। ਪਰ ਆਪਦੀ ਮਾਨਸਿਕ ਤਾਕਤ, ਆਪਦੇ ਮਨ ਦੀ ਤਾਕਤ ਇਹਨਾਂ 'ਚ ਨਾ ਵੋਵੋ, ਕਿਉਂਕਿ ਕੱਲ੍ਹ ਨੂੰ ਟੁੱਟ ਵੀ ਜਾਣਗੀਆਂ ਤਾਂ ਤੁਸੀਂ ਨਾ ਟੁੱਟੋਗੇ ਉਹਨਾਂ ਦੇ ਨਾਲ। ਸੋ ਜੀ ਹਾਂ, ਤੁਸੀਂ ਆਪਦੇ ਕੁਐਸਚਨ ਔਰ ਕਮੈਂਟਸ ਦੇ ਸੈਕਸ਼ਨ ਦੇ ਵਿੱਚ ਪਾ ਸਕਦੇ ਆ, ਅਸੀਂ ਆਨਸਰ ਦੇਣ ਦੀ ਕੋਸ਼ਿਸ਼ ਕਰਾਂਗੇ। ਕੋਈ ਵੀ ਤੁਹਾਡਾ ਕੁਐਸਚਨਸ ਹੋਵੇ, ਸੋ ਮੈਸੇजेस ਨਾਲੋਂ ਇੱਥੇ ਸੌਖਾ ਹੁੰਦਾ ਕਿ ਜਦੋਂ ਅਸੀਂ ਟੌਪਿਕ ਡਿਸਕਸ ਕਰ ਰਹੇ ਹਾਂ ਅਤੇ ਤੁਸੀਂ ਨਾਲ ਦੀ ਨਾਲ ਕੁਐਸਚਨ ਪੁੱਛ ਲਓ, ਸੋ ਕਵਰ ਕਰਨਾ ਠੀਕ ਹੁੰਦਾ। ਸੋ ਫੋਰ ਐਗਜ਼ਾਮਪਲ, ਐਂਡ ਹੁੰਦਾ ਕੀ ਆ ਕਿ ਜਦੋਂ ਸਾਡੇ ਬੱਚੇ, ਫੋਰ ਐਗਜ਼ਾਮਪਲ ਜੇ ਇੱਕ ਬੱਚੇ ਦੀ ਸਾਡੇ ਦੀ ਟ੍ਰੇਨਿੰਗ ਇਹ ਆਈ ਹੈ ਕਿ ਜਿੰਨਾ ਚਿਰ ਤੂੰ 40,000 ਦੀ ਕਾਰ ਲੈ ਲਈ ਤਾਂ ਫਿਰ ਤੂੰ ਤਾਕਤਵਰ ਆ। ਫਿਰ ਲੋਕ ਤੈਨੂੰ ਪੁੱਛਣਗੇ ਵੀ, ਫਿਰ ਤੇਰੇ ਲੋਕ ਅੱਗੇ ਪਿੱਛੇ ਵੀ ਰਹਿਣਗੇ, ਫਿਰ ਤੈਨੂੰ ਹਾਂਜੀ ਹਾਂਜੀ ਜੀ ਜੀ ਵੀ ਕਹਿਣਗੇ, ਤੇਰਾ ਸੋਸ਼ਲ ਸਟੇਟਸ ਵੀ ਹਾਈ ਹੋਊਗਾ। ਐਂਡ ਉਸ 40,000 ਦੇ ਬੱਚੇ ਨੇ 1 ਲੱਖ ਦੀ ਕਾਰ ਦੇਖ ਲਈ ਅਤੇ ਤੁਹਾਨੂੰ ਕੀ ਲੱਗਦਾ ਹੁਣ ਉਹਦੀ ਪਾਵਰ ਕਿੱਥੇ ਗਈ? ਜ਼ੀਰੋ। ਬਿਕਾਜ਼ ਉਹ 1 ਲੱਖ ਦੀ ਕਾਰ ਦੇ ਵਿੱਚ ਵੇਖ ਕੇ, ਕਿਉਂਕਿ ਇਹ ਚੀਜ਼ ਦਾ ਤਾਂ ਰੇਸ ਹੀ ਨਹੀਂ ਨਾ ਕੋਈ, ਇਹ ਚੀਜ਼ ਦਾ ਤਾਂ ਅੰਤ ਹੀ ਨਹੀਂ ਕੋਈ ਹੈਗਾ ਗਾ। ਸੋ ਜਦੋਂ 1 ਲੱਖ ਦੀ ਲੈ ਲਓ ਅਤੇ ਉਹਨੂੰ 2 ਲੱਖ ਦੀ ਕਾਰ ਵੀ ਦਿਖ ਜੂਗਾ। ਸੋ ਹੁੰਦਾ ਕੀ ਆ ਕਿ ਇਹ ਜਿਹੜੀਆਂ ਬਾਹਰਲੀਆਂ ਚੀਜ਼ਾਂ 'ਤੇ ਅਸੀਂ ਪਾਵਰ ਮਹਿਸੂਸ ਕਰਾਉਣੀ ਆ ਦੇ ਬੱਚੇ ਨੂੰ ਸਿਖਾਈ ਗਿਆ। ਹਰ ਬਾਹਰਲੀ ਚੀਜ਼ ਟੈਂਪਰੇਰੀ ਆ, ਹਰ ਬਾਹਰਲੀ ਚੀਜ਼ ਟੁੱਟੂਗੀ, ਹਰ ਬਾਹਰਲੀ ਚੀਜ਼ ਕੋਈ ਪਰਮਾਨੈਂਟ ਨਹੀਂ ਹੈਗੀ। ਜੇ ਸਾਡੇ ਵਿੱਚ ਕੋਈ ਪਰਮਾਨੈਂਟ ਚੀਜ਼ ਰਹਿ ਸਕਦੀ ਆ ਅਤੇ ਉਹ ਸਾਡੀ ਆਪਦੀ ਅੰਦਰਲੀ ਤਾਕਤ ਆ। ਅਸੀਂ ਬਾਹਰਲੀ ਟੁੱਟੀ ਹੋਈ ਚੀਜ਼ ਨੂੰ ਵੀ ਕਿਵੇਂ ਐਕਸੈਪਟ ਕਰ ਲਈਏ, ਕਿਉਂਕਿ ਸਾਡੀ ਤਾਕਤ ਹੈ ਹੀ ਨਹੀਂ ਸੀ। ਅਸੀਂ ਘਰ ਦੇ ਵਿੱਚ ਰਹਿ ਰਹੇ ਸੀਗੇ ਪਰ ਸਾਡੀ ਤਾਕਤ ਤਾਂ ਇੱਥੇ ਸੀ। ਅਸੀਂ ਕਾਰ ਚਲਾ ਰਹੇ ਸੀ 70-80 ਹਜ਼ਾਰ ਡਾਲਰ ਦੀ, ਪਰ ਸਾਡੀ ਤਾਕਤ ਨਹੀਂ ਸੀ ਉਸ ਕਾਰ ਦੇ ਵਿੱਚ। ਤਾਕਤ ਤਾਂ ਸਾਡੀ ਠੀਕ ਹੈ, ਉਹ ਕਾਰ ਟੁੱਟ ਗਈ ਆ, ਤਾਕਤ ਸਾਡੀ ਹਜੇ ਵੀ ਬੇਕਰਾਰ ਆ। ਥੈਂਕ ਯੂ। ਸੋ ਹਾਂਜੀ, ਸੋ ਸਾਡਾ ਜਿਹੜਾ ਮਕਸਦ ਇਹ ਹੈ ਕਿ ਅਸੀਂ ਆਪਣੀ ਆਉਣ ਵਾਲੀ ਜਨਰੇਸ਼ਨ, ਅਸੀਂ ਇਹਨਾਂ ਚੀਜ਼ਾਂ 'ਤੇ ਉਹਨਾਂ ਦੇ ਅੰਦਰ ਹੀ ਟ੍ਰੇਟ ਡਿਵੈਲਪ ਹੋਵੇ। ਬਿਕਾਜ਼ ਹੁੰਦਾ ਕੀ ਆ, ਇਟਸ ਨਾਟ ਅਪੀਅਰਡ। ਹਾਂਜੀ, ਸਮਝ ਨਹੀਂ ਲੱਗੀ ਮੈਨੂੰ ਇਸ ਕੌਮੈਂਟ ਦੀ, ਮੇ ਬੀ ਤੁਸੀਂ ਜ਼ਿਆਦਾ ਕਲੀਅਰਫਾਈ ਕਰ ਦਿਓ। ਸਮਟਾਈਮ ਕਿਡਸ ਸੋ ਸਮਝ। ਐਂਡ ਇਹ ਆਪਾਂ ਇੱਕ ਜਾਣੇ ਦਾ ਕੰਮ ਨਹੀਂ, ਕਿਉਂਕਿ ਸਾਰੀ ਕਮਿਊਨਿਟੀ, ਸਾਰਾ ਸੁਸਾਇਟੀ ਇੱਦਾਂ ਦੀ ਹੈ। ਤੁਸੀਂ ਬ੍ਰਾਂਡ ਨੇਮ ਕੱਪੜੇ ਪਾ ਕੇ ਜਾਂਦੇ ਹੋ, ਲੋਕ ਤੁਹਾਡੇ ਵੱਲ ਵੇਖਦੇ ਆ, ਲੋਕ ਪੁੱਛਦੇ ਆ ਤੁਸੀਂ ਕਿੰਨੇ ਦੇ ਲਏ ਆ, ਤਾਂ ਵੱਡੀ ਕਾਰ ਦੇ ਲੋਕਾਂ ਦੇ ਲੋਕ। ਜੀ ਹਾਂ, ਇਹ ਸੁਸਾਇਟੀ ਇਹ ਇੱਕ ਵੈਕਿਊਮ ਦੀ ਤਰ੍ਹਾਂ ਸਕਸ਼ਨ ਕਰਦੀ ਆ ਤੁਹਾਨੂੰ, ਵੈਕਿਊਮ ਦੀ ਤਰ੍ਹਾਂ ਖਿੱਚਦੀ ਆ ਤੁਹਾਨੂੰ ਉਸ ਢਲਾਣ ਵੱਲ। ਪਰ ਜਿੰਨਾ ਚਿਰ ਅਸੀਂ ਆਪਣੇ ਬੱਚੇ ਦੀ ਅੰਦਰਲੀ ਮਾਨਸਿਕਤਾ ਨੂੰ ਨਹੀਂ ਨਾ ਪਾਣੀ ਦਿੰਦੇ, ਉਹਦੀ ਅੰਦਰਲੀ ਮਾਨਸਿਕਤਾ ਨੂੰ ਡਿਵੈਲਪ ਕਰਦੀ, ਤਾਂ
ਉਹ 5 ਸਾਲ ਇਹ ਲੈ ਸਕਦਾ, ਪਰ ਜਿਸ ਦਿਨ ਉਹਨੂੰ ਜੌਬ ਇੰਟਰਵਿਊ ਤੋਂ ਨਿਰਾਸ਼ਾ ਮਿਲੀ, ਜਿਸ ਦਿਨ ਉਹਨੂੰ ਆਪਦੇ ਰਿਸ਼ਤਿਆਂ ਤੋਂ ਨਿਰਾਸ਼ਾ ਮਿਲੀ, ਉਹ ਕਿਸ ਤਰੀਕੇ ਨਾਲ ਆਪਦੇ ਦੁੱਖ ਨੂੰ ਮਿਟਾਊਗਾ? ਸ਼ਰਾਬ ਪੀਊਗਾ, ਨਸ਼ੇ ਕਰੂਗਾ, ਜਾਂ ਹੋਰ ਕਿਸੇ ਤਰੀਕੇ ਨਾਲ, ਖਾਣੇ ਨਾਲ, ਕਿਸੇ ਵੀ ਤਰੀਕੇ ਨਾਲ, ਬਿਕਾਜ਼ ਉਹਨੇ ਆਪਦੇ ਅੰਦਰ ਤਾਕਤਵਰ ਮਹਿਸੂਸ ਹੋਣਾ ਸਿੱਖਿਆ ਹੀ ਨਹੀਂ, ਐਂਡ ਅਸੀਂ ਉਹਨੂੰ ਸਿਖਾਇਆ ਹੀ ਨਹੀਂ, ਉਹਦੀ ਪੈਰੈਂਟਿੰਗ ਦਾ ਅਸੀਂ ਹਿੱਸਾ ਹੀ ਨਹੀਂ ਰਿਹਾ ਗਾ। ਐਂਡ ਇਹ ਸਿਰਫ ਇੱਕ ਪੈਰੈਂਟ ਦੀ ਗਲਤੀ ਨਹੀਂ ਹੈਗੀ ਕਿ ਆਪਾਂ ਘਰਾਂ ਦੇ ਵਿੱਚ ਬੈਠ ਕੇ, ਇੱਕ ਸੁਸਾਇਟੀ 'ਤੇ ਬਦਲਣਾ ਪੈਣਾ, ਇੱਕ ਕਮਿਊਨਿਟੀ ਦੇ ਲੈਵਲ 'ਤੇ ਸਾਨੂੰ ਬਦਲਣਾ ਪੈਣਾ ਕਿ ਅਸੀਂ ਆਪਣੇ ਬੱਚਿਆਂ ਦੀ ਅੰਦਰ ਦੀ ਤਾਕਤ ਨੂੰ ਟਟੋਲੀਏ, ਉਹਨਾਂ ਨੂੰ ਅੰਦਰ ਦੀ ਤਾਕਤ ਨੂੰ ਮਹਿਸੂਸ ਕਰਾਉਣਾ ਸਿੱਖੀਏ। ਐਂਡ ਉਹ ਅਸੀਂ ਕਿਵੇਂ ਮਹਿਸੂਸ ਕਰਨਾ? ਸਾਨੂੰ ਪਹਿਲਾਂ ਤਾਂ ਆਪਦੇ ਆਪ 'ਚ ਡੀਕਨਸਟਰਕਟ ਕਰਨਾ ਪੈਣਾ ਕਿ ਸਾਡੇ ਆਦੇ ਆਈਡੀਆ, ਬਿਲੀਫ ਸਿਸਟਮ ਕੀ ਆ, ਸਾਡੀ ਈਗੋ ਕਿੱਥੇ ਅਟੈਚਡ ਆ, ਐਂਡ ਅਸੀਂ ਮਾਂ ਬਾਪ ਦੀ। ਐਂਡ ਮੈਂ ਨਹੀਂ ਕਹਿੰਦੀ ਕਿ ਮੈਂ ਇਸ ਚੀਜ਼ 'ਚੋਂ ਪੂਰੀ ਨਿਕਲ ਆਈ ਹਾਂ, ਮੈਂ ਵੀ ਹਜੇ ਤੁਹਾਡੇ ਵਾਂਗੂ ਉਸ ਈਗੋ ਸਿਸਟਮ ਦੇ ਵਿੱਚ ਅਟੈਚਡ ਆ। ਮੈਂ ਵੀ ਜਿਹੜੀਆਂ ਹਜੇ ਬਾਹਰਲੀਆਂ ਚੀਜ਼ਾਂ ਦੇ ਵਿੱਚ ਮੈਂ ਆਪਦੀ ਪਾਵਰ ਪਾਈ ਵੀ ਹੈ, ਜਿਸ ਦਿਨ ਉਹ ਟੁੱਟੀਆਂ ਨਾ, ਮੈਂ ਉਹਨਾਂ ਦੇ ਨਾਲ ਟੁੱਟੂੰਗੀ। ਹਾਂਜੀ, ਇਹ ਆਲ ਕਿਡਸ ਡੋਂਟ ਅਪਰੀਸ਼ੀਏਟ। ਹਾਂਜੀ, ਇਹ ਗ੍ਰੇਟਫੁਲਨੈਸ ਦੀ ਆਪਾਂ ਕਿਸੇ ਹੋਰ ਦਿਨ ਲਾਈਵ ਸੈਸ਼ਨ ਕਰਾਂਗੇ ਕਿ ਆਪਾਂ ਆਪਣੇ ਬੱਚਿਆਂ ਨੂੰ ਗ੍ਰੇਟਫੁਲਨੈਸ। ਸੋ ਅੱਜ ਅਸੀਂ ਗੱਲ ਕਰ ਰਹੇ ਹਾਂ ਕਿ ਅਸੀਂ ਆਪਣੇ ਬੱਚਿਆਂ ਦੀ ਤਾਕਤ ਬਾਹਰਲੀਆਂ ਚੀਜ਼ਾਂ ਨਾਲ ਕਿਉਂ ਜੋੜਨੀ ਆ। ਸੋ ਜਿਵੇਂ ਕਿ ਮੈਂ ਤੁਹਾਨੂੰ ਗਲਾਸ ਦੀ ਐਗਜ਼ਾਮਪਲ ਦਿੱਤੀ ਆ, ਇੱਕ ਕਾਰ ਆ ਨਾ ਬਾਹਰ, ਉਹ ਵੀ ਟੈਂਪਰੇਰੀ ਆ ਤੁਹਾਡੇ ਬੱਚੇ ਲਈ। ਜੇ ਉਹਨੇ ਇਦੋਂ ਵੱਡੀ ਕਾਰ ਦੇਖ ਲਈ ਤਾਂ ਉਹਦਾ ਉੱਥੇ ਮਨ ਡੋਲ ਜੂ ਬਿਕਾਜ਼ ਕਾਰ ਦੀ। ਜੇ ਉਹਨੇ ਇਦੋਂ ਵੱਡੇ ਬ੍ਰਾਂਡ ਨੇਮ ਦਾ ਕੱਪੜਾ ਦੇਖ ਲਿਆ, ਉੱਥੇ ਉਹਦਾ ਮਨ ਡੋਲ ਜੂਗਾ। ਸੋ ਮਕਸਦ ਸਾਡਾ ਇਹਨਾਂ ਨੂੰ ਰੀਸੋਰਸਿਸ ਦੀ ਤਰ੍ਹਾਂ ਵਰਤੋ। ਵੱਡਾ ਫੋਨ ਆ, ਵਰਤੋਂ ਉਹਨੂੰ ਰੀਸੋਰਸਿਸ ਦੀ, ਪਰ ਆਪਦੀ ਤਾਕਤ ਉਹਦੇ ਵਿੱਚ ਨਾ। ਬਿਕਾਜ਼ ਹੁੰਦਾ ਕੀ ਹੈ ਕਿ ਜਦੋਂ ਸਾਡੇ ਬੱਚੇ ਇਹਨਾਂ ਚੀਜ਼ਾਂ ਨੂੰ ਸਸਟੇਨ ਨਹੀਂ ਕਰ ਪਾਉਂਦੇ, ਫੋਰ ਐਗਜ਼ਾਮਪਲ ਜਿਸ ਦਿਨ 40,000 ਦੀ ਕਾਰ ਦੇ ਵਿੱਚ ਸਾਡਾ ਬੱਚਾ ਬੈਠਾ, ਅਤੇ ਜਿਸ ਦਿਨ ਉਹਨੇ 1 ਲੱਖ ਦੇ ਬੱਚੇ ਦੀ ਕਾਰ ਵਾਲੀ ਵੇਖਦੀ, ਅਤੇ ਉਸ ਦਿਨ ਉਹ ਆਪਦੇ ਆਪ ਨੂੰ ਬੇਕਾਰ ਸਮਝਣ ਲੱਗ ਜੂਗਾ, ਕਿਉਂਕਿ ਹੁਣ ਤਾਂ ਉਦੋਂ ਵੀ ਵੱਡੀ ਕਾਰ ਵਾਲਾ ਉਹ ਪਾਵਰਫੁਲ ਆ, ਐਂਡ ਜਿਹੜਾ ਉਹ ਬੈਠਾ ਹੋਊਗਾ ਉਹ ਵੀ ਆਪਦੇ ਆਪ 'ਚ ਬੇਕਾਰ ਮਹਿਸੂਸ ਕਰਦਾ, ਕਿਉਂਕਿ ਉਹ ਵੀ 2 ਲੱਖ ਦੀ ਕਾਰ ਵਾਲੇ ਨੂੰ ਵੇਖਦਾ ਹੋਊਗਾ। ਸੋ ਅਸੀਂ ਜਦੋਂ ਇਹੋ ਜਿਹੇ ਸਿਸਟਮ ਦੇ ਵਿੱਚ ਅਸੀਂ ਆਪਦੇ ਬੱਚਿਆਂ ਨੂੰ ਪਾ ਦਿੰਦੇ ਹਾਂ, ਅਸੀਂ ਪੈਰੈਂਟ ਇਹੋ ਜਿਹੀ ਪ੍ਰੋਗਰਾਮਿੰਗ ਕਰ ਦਿੰਦੇ, ਸਾਡੀ ਵੀ ਹੋਈ ਵੀ ਆ, ਤੁਹਾਡੀ ਵੀ ਪ੍ਰੋਗਰਾਮਿੰਗ ਤੁਹਾਡੇ ਪੇਰੈਂਟਸ ਤੋਂ ਹੋਈ ਵੀ ਆ। ਸੋ ਫੋਰ ਐਗਜ਼ਾਮਪਲ ਐਂਡ ਬੁਲਿੰਗ ਕੀ ਆ? ਬਾਹਰਲੇ ਲੋਕ ਕੀ ਕਹਿੰਦੇ? ਸਾਡੀ ਪ੍ਰੋਗਰਾਮ ਹੋਈ ਵੀ ਆ ਕਿ ਤੇਰੀ ਤਾਕਤ ਉਹਦੇ ਵਿੱਚ ਆ ਕਿ ਬਾਹਰ ਲੋਕੀ ਤੇਰੇ ਬਾਰੇ ਕੀ ਕਹਿੰਦੇ। ਜੇ 4 ਲੋਕੀ ਤੇਰੇ ਲਈ ਬਾਹਰ ਬੁਰਾ ਕਹਿ ਰਹੇ ਨਾ, ਤੂੰ ਬੜਾ ਚੰਗਾ ਇਨਸਾਨ ਨਹੀਂ ਹੈਗਾ ਗਾ। ਜੇ ਬਾਹਰ ਤੇਰੇ ਲਈ 4 ਲੋਕੀ ਚੰਗਾ ਕਹਿ ਰਹੇ ਆ, ਫਿਰ ਤੂੰ ਚੰਗਾ ਇਨਸਾਨ ਆ। ਸੋ ਸਾਡੀ ਤਾਕਤ ਕਿੱਥੇ ਟਿਕੀ ਵੀ ਆ? ਬਾਹਰ ਟਿਕੀ ਵੀ ਆ। 4 ਲੋਕੀ ਸਾਨੂੰ ਡੇਗ ਦੇਣਗੇ, 4 ਲੋਕੀ ਸਾਨੂੰ ਉਠਾ ਦੇਣਗੇ, ਫਿਰ ਡੇਗ ਦੇਣਗੇ, ਫਿਰ ਉਠਾ ਦੇਣਗੇ। ਇਹ ਸਾਈਕਲ ਚੱਲਦਾ ਰੂ, ਬਿਕਾਜ਼ ਅਸੀਂ ਇਹ ਨਹੀਂ ਸਿੱਖਿਆ ਕਿ ਸਾਡੀ ਪਾਵਰ ਸਾਡੇ ਵਿੱਚ ਆ, ਅਸੀਂ ਆਪਦੇ ਬਾਰੇ ਕੀ ਸੋਚਦੇ ਹਾਂ। ਅਸੀਂ ਬਾਹਰ ਸਾਨੂੰ 4 ਲੋਕ ਸਾਨੂੰ ਡੇਗ ਸਕਦੇ, 4 ਲੋਕ ਸਾਡੇ ਬਾਰੇ ਗੱਲਾਂ ਕਰ ਸਕਦੇ ਆ, ਪਰ ਅਸੀਂ ਆਪਦੇ ਅੰਦਰ ਦੀ ਤਾਕਤ ਵਰਤਣੀ ਆ ਉਸ ਟਾਈਮ ਇਹ ਸੋਚਣ ਵਾਸਤੇ ਕਿ ਮੈਂ ਆਪਦੇ ਬਾਰੇ ਕੀ ਸੋਚਦਾ ਵਾਂ। ਬੁਲਿੰਗ ਕੀ ਆ? ਬਹੁਤ ਬੱਚੇ ਅੱਜ ਬੁਲਿੰਗ ਦਾ ਸ਼ਿਕਾਰ ਆ। ਕੀ ਆ? ਬਾਹਰਲੇ ਲੋਕਾਂ ਦੀ ਗੱਲ ਸੁਣ ਕੇ, ਬਾਹਰਲੇ ਲੋਕਾਂ ਦੇ ਕੌਮੈਂਟ ਸੁਣ ਕੇ ਫਰਸ਼ 'ਤੇ ਡਿੱਗ ਪੈਣਾ। ਬਾਹਰਲੇ ਲੋਕਾਂ ਦੇ ਨੇ ਇਹ ਜੇ ਕਿਹਾ ਕਿ ਤੂੰ ਟੁੱਟਿਆ ਹੋਇਆ, ਅਤੇ ਆਪਦੇ ਆਪ ਨੂੰ ਟੁੱਟਿਆ ਹੋਇਆ ਮੰਨ ਲੈਣਾ। ਸੋ ਫੋਰ ਐਗਜ਼ਾਮਪਲ ਮੇਰੇ ਕੋਲ ਦੀ ਕੋਈ ਲੰਘੇ ਅਤੇ ਮੈਨੂੰ ਕਹੇ ਤੁਸੀਂ ਤਾਂ ਬੜੇ ਅਗਲੀ ਹੋ, ਤੁਸੀਂ ਤਾਂ ਬੜੇ ਗੰਦੇ ਹੋ, ਤੁਹਾਡੀ ਤਾਂ ਸ਼ਕਲ ਦੇਖਣ ਦੇ ਕਾਬਿਲ ਨਹੀਂ ਹੈਗੀ ਕਿ। ਐਂਡ ਜੇ ਉਹ ਕੌਮੈਂਟ ਮੈਨੂੰ ਡਿਗਾ ਦੇ, ਐਂਡ ਜਿਹੜਾ ਕਿ ਮੈਨੂੰ ਸਿਖਾਇਆ ਗਿਆ, ਜਿਹੜਾ ਕਿ ਮੇਰੀ ਪੈਰੈਂਟਿੰਗ, ਮੇਰੇ ਪ੍ਰੋਗਰਾਮ, ਮੇਰੇ ਦਿਮਾਗ ਦਾ ਪ੍ਰੋਗਰਾਮ ਦਾ ਹਿੱਸਾ ਵਾ ਕਿ ਦੂਸਰੇ ਲੋਕ ਮੇਰੇ ਬਾਰੇ ਕੀ ਸੋਚਦੇ ਆ, ਉਹਨਾਂ ਦੀ ਮੈਨੂੰ ਉਹਦੀ ਗੱਲ ਸੁਣਨੀ ਪੈਣੀ ਹੈ, ਕਿਉਂਕਿ ਉਹ ਮੇਰੀ ਪਾਵਰ ਨੇ। ਜਿਸ ਦਿਨ ਉਹਨਾਂ ਨੇ 4 ਤਾੜੀਆਂ ਮਾਰੀਆਂ, ਉਸ ਦਿਨ ਮੈਂ ਵੱਡਾ ਹੋ ਕੇ ਉੱਠੂੰਗਾ। ਜਿਸ ਦਿਨ ਉਹਨਾਂ ਨੇ ਮੈਨੂੰ 4 ਗਲਤ ਸ਼ਬਦ ਕਹੇ, ਅਤੇ ਉਸ ਦਿਨ ਫਰਸ਼ 'ਤੇ ਵੀ ਮੈਂ ਹੀ ਡਿੱਗੂੰਗਾ। ਸੋ ਅਸੀਂ ਆਪਣੇ ਬੱਚਿਆਂ ਦੀ ਪਾਵਰ, ਉਹਨਾਂ ਦੇ ਅੰਦਰੀ ਯੋਗਤਾ ਕਿਵੇਂ ਪਾ ਸਕਦੇ ਵੀ ਉਹਨਾਂ ਦੀ ਜਿਹੜੀ ਇੱਕ ਇਹੋ ਜਿਹੀ ਅੰਦਰ ਯੋਗਤਾ ਹੋਵੇ, ਉਹ ਕਿਸੇ ਲੇਬਲ, ਉਹ ਕਿਸੇ ਬ੍ਰਾਂਡ ਨੇਮ ਨਾਲ ਨਾ ਅਟੈਚਡ ਹੋਵੇ। ਉਹ 4 ਬੰਦਿਆਂ ਦੇ ਬਾਹਰ ਕਹਿਣਾ, ਉਹਨਾਂ ਦੇ ਮਿਲੀਅਨ ਫੋਲੋਅਰਸ ਵੀ ਹੋਣ, ਅਤੇ ਉਹਨਾਂ ਨੂੰ ਆਪਦੇ ਆਪ ਦਾ ਪਤਾ ਹੋਵੇ ਕਿ ਜੇ ਮਿਲੀਅਨ ਲੋਕ ਵੀ ਮੈਨੂੰ ਬਾਹਰ ਕੁਝ ਗਲਤ ਕਹਿਣ ਲੱਗ ਗਏ, ਮੈਂ ਆਪਦੇ ਬਾਰੇ ਬਾਹਰ ਕੀ ਸੋਚਦਾ ਵਾਂ, ਮੈਂ ਆਪਦੀ ਮੋਰਲ ਸਕੇਲ ਬਾਰੇ ਕੀ ਸੋਚਦਾ ਵਾਂ। ਫੋਰ ਐਗਜ਼ਾਮਪਲ ਸਾਡਾ ਸਟੇਟਸ, ਜਿਵੇਂ ਸਾਡੇ ਕੋਲ ਪੈਸਾ ਅੱਜ ਹੈ, ਕੱਲ੍ਹ ਨੂੰ ਸ਼ਾਇਦ ਨਾ ਹੋਵੇ, ਐਂਡ ਜੇ ਹੋਵੇ ਵੀ ਤਾਂ ਕੱਲ੍ਹ ਨੂੰ ਅਸੀਂ ਕਿਸੇ ਉਹ ਜਿਹੇ ਇਨਸਾਨ ਨੂੰ ਮਿਲ ਗਏ ਜਿਹਦੇ ਕੋਲ ਸਾਡੇ ਨਾਲੋਂ ਵੀ ਜ਼ਿਆਦਾ ਵਾ, ਫਿਰ ਉਹ ਉਹਨੂੰ ਮਿਲੇ ਕਿ ਉਹਦੇ ਕੋਲ ਵੀ ਜ਼ਿਆਦਾ ਵਾ, ਕਿਉਂਕਿ ਇਹਨਾਂ ਚੀਜ਼ਾਂ ਦਾ ਅੰਤ ਨਹੀਂ। ਜਦੋਂ ਇਹਨਾਂ ਨੂੰ ਅਸੀਂ ਬਾਹਰਲੀ ਪਾਵਰ ਦੇ ਵਿੱਚ ਕਰਨਾ ਸਿਖਾ ਦਿੰਦੇ। ਸੋ ਫੋਰ ਐਗਜ਼ਾਮਪਲ ਆਪਦੇ ਬੱਚੇ ਨੂੰ ਇਨਕਰੇਜ ਜ਼ਰੂਰ ਕਰੋ ਪੜ੍ਹਨ ਵਾਸਤੇ, ਜਿਵੇਂ ਕਿ ਕੱਲ੍ਹ ਵੀ ਆਪਾਂ ਕਿਹਾ ਸੀ, ਐਜੂਕੇਸ਼ਨ ਲਈ ਇਨਕਰੇਜ ਜ਼ਰੂਰ ਕਰੋ, ਪਰ ਆਪਦੇ ਬੱਚੇ ਨੂੰ ਨਾ ਦੱਸਿਓ ਕਿ ਇਹ ਤੈਨੂੰ ਪਾਵਰਫੁਲ ਬਣਾਉਂਦੀ ਆ। ਜੇ ਤੂੰ ਇਹ ਲੈ ਕੇ ਆਉਣਾ ਨਾ, ਫਿਰ ਤਾਂ ਤੂੰ ਬਹੁਤ ਤਾਕਤਵਰ ਆ, ਪਰ ਜੇ ਤੂੰ C- ਆ, ਤੂੰ ਇਸ ਘਰ ਦੇ ਵਿੱਚ ਬੇਕਾਰ ਆ। ਉਹਨੂੰ ਦੱਸੋ
ਕਿ ਇੱਕ ਇਹ ਲੈਣ ਨਾਲ ਤੇਰਾ ਰਾਹ ਸੌਖਾ ਹੋ ਜਾਊਗਾ ਜ਼ਿੰਦਗੀ ਦਾ, ਤੈਨੂੰ ਇੰਟਰਵਿਊਜ਼ ਠੀਕ ਮਿਲਣਗੀਆਂ, ਤੇਰੇ ਜੌਬਸ ਤੈਨੂੰ ਸਿਲੈਕਸ਼ਨ ਠੀਕ ਮਿਲ ਜੂਗੀ, ਤੂੰ ਜਿਹੜੇ ਪ੍ਰੋਗਰਾਮ 'ਚ ਜਾ ਸਕਦਾ। ਪਰ ਅਸਲੀ ਤਾਕਤ ਤੇਰੇ ਅੰਦਰ ਆ, ਕਿਉਂਕਿ ਹੋ ਸਕਦਾ ਵਾ ਗਾਂਹ ਜਾ ਕੇ ਵੀ ਤੈਨੂੰ ਪ੍ਰੋਬਲਮਾਂ ਪੈਣ, ਹੋ ਸਕਦਾ ਤੈਨੂੰ ਯੂਨੀਵਰਸਿਟੀ ਦੇ ਵਿੱਚ ਜਾ ਕੇ C-CIN ਮੋਸਟ ਲੋਕੀ ਜਿਵੇਂ ਅਸੀਂ ਹਾਈ ਸਕੂਲ ਤੋਂ ਸਿੱਧਾ ਯੂਨੀਵਰਸਿਟੀ ਜਾਂਦੇ ਹਨ, ਯੂਨੀਵਰਸਿਟੀ ਦਾ ਸਿਸਟਮ ਹੁੰਦਾ ਐਂਡ ਬਹੁਤ ਲੋਕੀ ਉੱਥੇ ਫਲਿੱਪ ਆਊਟ ਹੋ ਜਾਂਦੇ ਆ ਬਿਕਾਜ਼ ਐਂਡ ਬਹੁਤ ਲੋਕੀ ਉਸ ਈਅਰ ਡਿਪਰੈਸ਼ਨ ਐਂਡ ਮਾਨਸਿਕ ਤਣਾਅ ਦੇ ਵਿੱਚ ਰਹਿੰਦੇ ਆ ਬਿਕਾਜ਼ ਉਹ ਯੂਜ਼ ਟੂ ਨਹੀਂ ਹੁੰਦੇਗੇ C- ਆਪਦੇ ਰਿਪੋਰਟ ਕਾਰਡ ਦੇਖਣ ਦੇ, ਕਿਉਂਕਿ ਉਹਨਾਂ ਦੀ ਜਿਹੜੀ ਤਾਕਤ ਆ ਉਹ ਬਾਹਰਲੇ ਮਾਰਕਾਂ 'ਚ ਆ। ਐਂਡ ਜਦੋਂ ਬਾਹਰਲੇ ਮਾਰਕਾਂ ਦੇ ਵਿੱਚ ਤਾਕਤ ਆ ਉਹਨਾਂ ਦੀ, ਐਂਡ ਜਿਸ ਦਿਨ ਉਹ ਡਿੱਗਣਗੇ ਅਤੇ ਉਹਨਾਂ ਦੇ ਨਾਲ ਹੀ ਡਿੱਗਣਗੇ। ਸੋ ਅਸੀਂ ਆਪਣੇ ਬੱਚਿਆਂ ਨੂੰ ਈਗੋ ਦਾ ਮਤਲਬ ਹੀ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰਲੀ ਚੀਜ਼ ਨਾਲ ਅਟੈਚ ਕਰਦੇ ਹਾਂ ਜਾਂ ਅਸੀਂ ਆਪਣੇ ਬੱਚੇ ਨੂੰ ਆਪਦੀ ਅੰਦਰਲੀ ਚੀਜ਼ ਨਾਲ ਅਟੈਚ ਕਰਦੇ ਹਾਂ। ਐਂਡ ਉਦੋਂ ਪਹਿਲਾਂ ਸਾਨੂੰ ਕੁਐਸਚਨ ਆਪਦੇ ਲਈ ਇਹ ਪੁੱਛਣਾ ਪੈਣਾ ਵਾ, ਅਸੀਂ ਕਿਹੜੀ ਚੀਜ਼ ਨਾਲ ਅਟੈਚ ਹੁੰਦੇ ਹਾਂ। ਅਸੀਂ ਵੀ ਅਜੇ ਵੀ ਸਾਡਾ ਜਿਹੜਾ ਕਲਚਰ ਆ, ਜਿਹੜੀ ਸੁਸਾਇਟੀ ਆ, ਅਸੀਂ ਇਹ ਮੰਨਦੇ ਹਾਂ ਕਿ ਜਿਹੜੇ ਇਨਸਾਨ ਕੋਲ ਬਹੁਤ ਪੈਸਾ ਵਾ ਉਹ ਤਾਕਤਵਰ ਆ, ਅੰਦਰੋਂ ਭਾਵੇਂ ਕਮਜ਼ੋਰ ਹੋਵੇ, ਕਿਉਂਕਿ ਤਾਂ ਪੈਸਾ ਤਾਕਤਵਰ ਹੋ ਗਿਆ, ਉਹ ਤਾਂ ਨਾ ਤਾਕਤਵਰ ਹੋ ਗਿਆ, A ਗ੍ਰੇਡ ਤਾਕਤਵਰ ਹੋ ਗਈ, ਇਨਸਾਨ ਤਾਂ ਨਾ ਤਾਕਤਵਰ ਹੋ ਗਿਆ। ਤੁਸੀਂ ਆਪਦੀ ਇੱਕ ਤਾਕਤ ਜਿਹੜੀ ਤੁਹਾਡੀ ਇੱਕ ਇੱਕ ਹਿੱਲਦੀ ਤਾਕਤ ਨਾ ਹੋਵੇ, ਜਿਹੜੀ ਤੁਹਾਡੇ ਅੰਦਰ 24 ਘੰਟੇ ਰਹੇ। ਆਹ ਕ੍ਰਾਈਸਿਸ ਨੇ ਬਹੁਤ ਲੋਕਾਂ ਦੀ ਤਾਕਤ ਖੋਹਲੀ। ਕਿਉਂ? ਕਿਉਂਕਿ ਉਹਨਾਂ ਦੀ ਤਾਕਤ ਬਾਹਰਲੀਆਂ ਚੀਜ਼ਾਂ ਸੀ, ਬਾਹਰ ਜਾਣ ਦੇ ਵਿੱਚ ਸੀ, ਰਿਸ਼ਤਿਆਂ ਦੇ ਵਿੱਚ ਸੀ। ਐਂਡ ਰਿਸ਼ਤਿਆਂ ਦੇ ਵਿੱਚ ਵੀ ਤੁਸੀਂ ਦੇਖ ਲਓ, ਜੇ ਸਾਡੀ ਤਾਕਤ ਰਿਸ਼ਤਿਆਂ ਦੇ ਵਿੱਚ ਆ ਵੀ ਅਸੀਂ ਉਨੇ ਹੀ ਤਾਕਤਵਰ ਹਾਂ ਜੇ ਸਾਡਾ ਪਰਿਵਾਰ ਠੀਕ ਆ। ਐਂਡ ਜਿਸ ਦਿਨ ਪਰਿਵਾਰ ਟੁੱਟੂਗਾ ਅਤੇ ਉਸ ਦਿਨ ਅਸੀਂ ਨਾਲ ਹੀ ਟੁੱਟ ਜਾਂਗੇ, ਕਿਉਂਕਿ ਸਾਡੀਆਂ ਪਾਵਰਾਂ ਸਾਰੀਆਂ ਬਾਹਰ ਦਿੱਤੀਆਂ ਹੋਈਆਂ, ਅੰਦਰ ਤਾਂ ਸਾਡੇ ਕੋਈ ਵੀ ਪਾਵਰ ਹੈ ਨਹੀਂ। ਅੰਦਰ ਤਾਂ ਅਸੀਂ ਬਿਕਾਜ਼ ਸਾਨੂੰ ਬਚਪਨ ਤੋਂ ਸਾਡੀ ਟ੍ਰੇਨਿੰਗ ਕੀਤੀ ਜਾਂਦੀ ਆ ਕਿ ਬਾਹਰਲੀਆਂ ਚੀਜ਼ਾਂ ਬਿਨਾਂ ਤੂੰ ਬੇਕਾਰ ਆ, ਬਾਹਰਲੇ ਪੈਸੇ ਬਿਨਾਂ ਤੂੰ ਬੇਕਾਰ ਆ, ਬਾਹਰਲੀ ਡਿਗਰੀ ਬਿਨਾਂ ਤੂੰ ਬੇਕਾਰ ਆ, ਬਾਹਰਲੇ ਲੋਕਾਂ ਦੀ ਪ੍ਰਸ਼ੰਸਾ ਬਿਨਾਂ ਤੂੰ ਬੇਕਾਰ ਆ। ਐਂਡ ਮੈਂ ਨਹੀਂ ਕਹਿ ਰਹੀ ਕਿ ਉਹ ਚੀਜ਼ਾਂ ਸਾਡੀ ਜ਼ਿੰਦਗੀ ਦੇ ਵਿੱਚ ਯੂਜ਼ਫੁਲ ਨਹੀਂ ਹੈਗੀਆਂ, ਜ਼ਰੂਰ ਇਹ ਲਵੋ, ਕਾਰ ਚਲਾਵੋ, ਆਪਦਾ ਪੈਸਾ ਕਮਾਵੋ, ਜੋਬ ਕਰੋ, ਆਪਦੀ ਡਿਗਰੀ ਲਵੋ, ਪਰ ਇਹ ਮਹਿਸੂਸ ਕਰਕੇ ਆਪਦੇ ਆਪ ਨੂੰ ਇਹ ਮੱਦੇ ਨਜ਼ਰ ਰੱਖ ਕੇ ਕਿ ਮੇਰੀ ਤਾਕਤ ਉੱਥੇ ਨਹੀਂ, ਤਾਕਤ ਹਮੇਸ਼ਾ ਮੇਰੀ ਇੱਥੇ ਆ। ਐਂਡ ਜੇ ਉਹ ਚੀਜ਼ਾਂ ਆ ਰਹੀਆਂ ਮੈਂ ਤਾਂ ਵੀ ਤਾਕਤਵਰ ਆ, ਜੇ ਉਹ ਚੀਜ਼ਾਂ ਨਾ ਰਹੀਆਂ ਮੇਰੇ ਕੋਲ ਮੈਂ ਤਾਂ ਵੀ ਤਾਕਤਵਰ ਆ। ਐਂਡ ਤੁਸੀਂ ਦੇਖੋ ਕਿ ਜੇ ਅਸੀਂ ਇਸ ਮਾਨਸਿਕਤਾ ਨਾਲ ਬੱਚੇ ਨੂੰ ਵੱਡਾ ਕਰਨ ਲੱਗ ਜੇ ਨਾ, ਸਾਡੇ ਬੱਚੇ ਦੀ ਮਾਨਸਿਕਤਾ ਕਿੰਨੀ ਖੂਬਸੂਰਤ ਹੋਊਗੀ। ਅੱਜ ਸਭ ਤੋਂ ਜ਼ਿਆਦਾ ਐਂਗਜ਼ਾਇਟੀ, ਡਿਪਰੈਸ਼ਨ ਵੱਧ ਰਿਹਾ। ਕਿਉਂ? ਕਿਉਂਕਿ ਸਾਡੀ ਸਾਰੀ ਅਟੈਚਮੈਂਟ ਹੀ ਬਾਹਰਲੀਆਂ ਚੀਜ਼ਾਂ ਨਾਲ, ਅੰਦਰ ਨਾਲ ਤਾਂ ਹੈ ਹੀ ਨਹੀਂ, ਇੱਥੋਂ ਨਾਲ ਤਾਂ ਅਟੈਚ ਨਹੀਂ। ਬਿਕਾਜ਼ ਜੇ ਇੱਥੇ ਅਟੈਚ ਹੁੰਦੇ ਨਾ, ਜਦੋਂ ਬਾਹਰਲੀਆਂ ਚੀਜ਼ਾਂ ਡਿੱਗਣੀਆਂ ਫਿਰ ਅਸੀਂ ਨਹੀਂ ਸੀ ਡਿੱਗਦੇ, ਸਾਡੇ ਬੱਚੇ ਨਹੀਂ ਸੀ ਡਿੱਗਦੇ। ਸੋ ਇਸ ਚੀਜ਼ ਬਾਰੇ ਜ਼ਰੂਰ ਸੋਚਿਓ। ਜੀ ਹਾਂ, ਜੇ ਤੁਹਾਡਾ ਕੋਈ ਕੁਐਸਚਨਸ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪਾ ਸਕਦੇ ਹੋ। ਐਂਡ ਸਾਡੇ ਰਿਐਕਸ਼ਨ ਰਾਈਟ। ਸੋ ਸਾਡੇ ਬੱਚੇ ਜਿਹੜਾ ਉਹ ਬਲੀਫ ਸਿਸਟਮ ਆ, ਫੋਰ ਐਗਜ਼ਾਮਪਲ ਅੱਜ ਤੁਸੀਂ $2000 ਦੀ ਡਰੈਸ ਪਾ ਲਓ ਐਂਡ ਲੈਟਸ ਸੇ 15 ਸਾਲਾਂ ਨੂੰ ਤੁਸੀਂ ਨਾ ਪਾ ਹਟੋ, ਅਤੇ ਉਹ ਤੁਹਾਡੇ ਲਈ ਦੁੱਖ ਦਾ ਕਾਰਨ ਬਣ ਗਿਆ, ਉਹ ਤੁਹਾਡੇ ਲਈ ਸਫਰਿੰਗ ਬਣ ਗਈ, ਕਿਉਂਕਿ ਇਹ ਬਲੀਫ ਸਿਸਟਮ ਤੁਸੀਂ ਆਪਦੇ ਮਨ ਦੇ ਵਿੱਚ ਬਣਾਇਆ ਵਿਆ ਕਿ ਮੈਂ ਤਾਂਹੀਓ ਤਾਕਤਵਰ ਹਾਂ ਜੇ ਮੈਂ $2000 ਦੀ ਡਰੈਸ ਪਾਉਂਗੀ। ਸੋ ਸਾਡੇ ਰਿਐਕਸ਼ਨ ਜਦੋਂ ਫੋਰ ਐਗਜ਼ਾਮਪਲ ਸਾਡੇ ਰਿਐਕਸ਼ਨ ਵੀ ਆਉਂਦੇ, ਉਹ ਵੀ ਤਾਂ ਈਗੋ ਆਉਂਦੇ ਆ, ਕਿਉਂਕਿ ਸਾਡਾ ਏਜੰਡਾ ਤੋੜਤਾ ਹੁੰਦਾ ਕਿਸੇ ਨੇ ਰਾਈਟ। ਸੋ ਫੋਰ ਐਗਜ਼ਾਮਪਲ ਜੇ ਸਾਨੂੰ ਕੋਈ ਮਾੜਾ ਕਹਿ ਕੇ ਗਿਆ, ਸਾਡੀ ਈਗੋ ਅਸੀਂ ਕਹਿੰਦੇ ਹਰਟ ਹੋ ਗਈ, ਕਿਉਂਕਿ ਸਾਡੀ ਤਾਕਤ ਅਸੀਂ ਉਹਨਾਂ ਦੇ ਕੌਮੈਂਟਾਂ ਦੇ ਵਿੱਚ ਰੱਖੀ ਵੀ ਆ। ਸੋ ਹਮੇਸ਼ਾ ਆਪਣੇ ਆਪ ਦੇ ਵਿੱਚ ਸਭ ਤੋਂ ਪਹਿਲਾਂ ਰਿਫਲੈਕਟ ਕਰੋ ਬੈਠ ਕੇ, ਐਜ਼ ਅ ਪੇਰੈਂਟ, ਐਜ਼ ਅ ਇੰਡੀਵਿਜੂਅਲ, ਚਾਹੇ ਤੁਸੀਂ ਨਹੀਂ ਵੀ ਪੇਰੈਂਟ ਹੈਗੇ, ਚਾਹੇ ਤੁਸੀਂ ਕਿਸ ਵੀ ਉਮਰ ਦੇ ਵਿੱਚੋਂ, ਕਿ ਮੈਂ ਆਪਦੇ ਆਪ ਨੂੰ ਬਾਹਰਲੀ ਕਿਹੜੀ ਚੀਜ਼ ਨਾਲ ਤੋਂ ਜੋੜਿਆ ਵਾ। ਐਂਡ ਜਿਸ ਦਿਨ ਉਹ ਚੀਜ਼ ਟੁੱਟੂਗੀ ਉਸ ਦਿਨ ਮੈਂ ਵੀ ਨਾਲ ਟੁੱਟੂੰਗਾ। ਇਹਦੇ ਲਈ ਅਵੇਅਰਨੈਸ, ਮੈਂ ਨਹੀਂ ਕਹਿੰਦੀ ਕਿ ਇੱਕ ਦਿਨ ਦਾ ਕੰਮ ਆ, ਬਿਕਾਜ਼ ਇਹ ਕੰਮ ਤਾਂ ਮੈਂ ਵੀ ਕਰਨ ਦੀ ਕੋਸ਼ਿਸ਼ ਕਰਦੀ ਹਾਂ ਆਪਦੀ ਜ਼ਿੰਦਗੀ 'ਚ, ਐਂਡ ਰੋਜ਼ ਫੇਲ ਵੀ ਹੁੰਦੀ ਹਾਂ, ਕਈ ਥਾਵਾਂ 'ਤੇ ਕਾਮਯਾਬ ਵੀ ਹੁੰਦੀ, ਕਈ ਥਾਵਾਂ 'ਤੇ ਫੇਲ ਵੀ ਹੁੰਦੀ ਹਾਂ। ਮੈਂ ਵੀ ਹਜੇ ਤੁਹਾਡੇ ਵਾਂਗੂ ਬਾਹਰਲੀਆਂ ਚੀਜ਼ਾਂ ਨਾਲ ਅਟੈਚਡ ਹਾਂ। ਐਂਡ ਬਲੀਵ ਮੀ, ਜਿਸ ਦਿਨ ਬਾਹਰਲੀਆਂ ਚੀਜ਼ਾਂ ਟੁੱਟੀਆਂ ਉਸ ਦਿਨ ਮੈਂ ਵੀ ਨਾਲ ਹੀ ਟੁੱਟੂੰਗੀ। ਸੋ ਸਾਡੇ ਸਾਰਿਆਂ ਨੂੰ ਅਸੀਂ ਡੀਕਨਸਟਰਕਟ, ਅਸੀਂ ਅਵੇਅਰ ਬਣਨਾ। ਮੇਰੀ ਅਤੇ ਤੁਹਾਡੀ ਸਿਰਫ ਡਿਫਰੈਂਸ ਇਹੀ ਆ ਕਿ ਮੈਨੂੰ ਪਤਾ ਮੈਂ ਅਟੈਚਡ ਹਾਂ, ਮੈਨੂੰ ਪਤਾ ਇਹ ਚੀਜ਼ਾਂ ਟੁੱਟਣਗੀਆਂ ਅਤੇ ਮੈਨੂੰ ਦੁੱਖ ਦੇਣਗੀਆਂ, ਪਰ ਉਹਨਾਂ ਚੀਜ਼ਾਂ 'ਚੋਂ ਜੇ ਪੂਰੀ ਤਰ੍ਹਾਂ 'ਚੋਂ ਅਟੈਚਮੈਂਟ 'ਚੋਂ ਮੈਂ ਵੀ ਨਹੀਂ ਨਿਕਲੀ ਗੀ। ਸੋ ਅਸੀਂ ਆਪਣੇ ਦਿਮਾਗ ਦੀ ਪ੍ਰੋਗਰਾਮਿੰਗ ਕਿਵੇਂ ਕੀਤੀ ਵੀ ਆ, ਆਪ ਦੇ ਵਿੱਚ ਬੈਠ ਕੇ ਦੇਖੋ ਵੀ ਮੇਰੇ ਦਿਮਾਗ ਦੀ ਪ੍ਰੋਗਰਾਮਿੰਗ ਮੇਰੇ ਮਾਂ ਬਾਪ, ਇਸ ਸੁਸਾਇਟੀ, ਇਸ ਕਲਚਰ ਨੇ ਕਿਵੇਂ ਕੀਤੀ ਵੀ ਆ। ਐਂਡ ਹੌਲੀ ਹੌਲੀ ਡੀਕਨਸਟਰਕਟ ਕਰੋ, ਆਪਣੇ ਬੱਚਿਆਂ ਦੇ ਅੰਦਰ ਦੀ ਤਾਕਤ ਨੂੰ ਡਿਵੈਲਪ ਕਰੋ, ਜਿੱਦਾਂ ਦੀ ਵੀ ਉਹ ਹੈ ਉਸ ਤਾਕਤ ਨੂੰ ਡਿਵੈਲਪ ਕਰੋ, ਤਾਂ ਜੋ ਕੋਈ ਹਨੇਰੀ, ਕੋਈ ਹੜ੍ਹ ਆਉਣ ਬਾਹਰ। ਰਾਈਟ ਨਾਓ ਤੁਸੀਂ ਦੇਖੋ ਕ੍ਰਾਈਸਿਸ ਦੇ ਵਿੱਚ ਸਭ ਕੁਝ ਖੋ ਕੇ ਲੈ ਗਿਆ, ਸਾਡੇ ਕੋਲ ਇਕੋਨਮੀ ਸਭ ਕੁਝ ਖੋ ਕੇ ਲੈ ਗਿਆ, ਕੁਛ ਵੀ ਨਹੀਂ। ਐਂਡ
ਇਸ ਟਾਈਮ ਤੇ ਉਹੀ ਲੋਕ ਮਾਨਸਿਕਤਾ ਤੇ ਸੁਖੀ ਰਹਿ ਰਹੇ ਨੇ ਜਿਨ੍ਹਾਂ ਦੀ ਤਾਕਤ, ਜਿਨ੍ਹਾਂ ਨੇ ਆਪਦੀ ਅੰਦਰਲੀ ਤਾਕਤ ਨੂੰ ਪਛਾਣ ਲਿਆ। ਕਿਉਂਕਿ ਜਿਹੜੇ ਬਾਹਰ ਦੀਆਂ ਤਾਕਤਾਂ ਤੇ ਘੁੰਮ ਫਿਰ ਨਹੀਂ ਸਕਦੇਗੇ, ਜੌਬ ਨਹੀਂ ਕਰ ਸਕਦੇਗੇ, ਇਕੋਨਮੀ ਡਿੱਗੀ ਵੀ ਆ, ਪ੍ਰੋਪਰਟੀਜ਼ ਦੇ ਰੇਟ ਡਾਊਨ ਹੋ ਜਾਣੇ ਆ, ਲੋਕੀ ਕਹਿ ਰਹੇ ਨੇ ਮਾਰਕੀਟ ਸ਼ੇਅਰ ਡਾਊਨ ਹੋ ਗਈ ਆ। ਸੋ ਬਹੁਤ ਚੀਜ਼ਾਂ ਐਂਡ ਉਹ ਨਾਲ ਡਿੱਗੇ ਹੋਏ ਆ ਐਂਡ ਬਹੁਤ ਲੋਕੀ ਰਾਈਟ ਨਾਓ ਮਾਨਸਿਕਤਾ 'ਚ ਸਫਰ ਕਰ ਰਹੇ ਆ ਬਿਕਾਜ਼ ਉਹ ਬਾਹਰ ਦੀ ਟੁੱਟਦੀ ਹੋਈ ਦੁਨੀਆ ਦੇ ਨਾਲ ਹੀ ਟੁੱਟ ਗਏ। ਸੋ ਕੋਸ਼ਿਸ਼ ਕਰੋ ਵੀ ਇਸ ਚੀਜ਼, ਇਸ ਕੁਐਸਚਨ ਦੇ ਨਾਲ ਬੈਠੋ, ਇਸ ਅਵੇਅਰਨੈਸ ਦੇ ਨਾਲ ਬੈਠੋ ਵੀ ਮੈਂ ਇਸ ਗਲਾਸ ਦੇ ਨਾਲ ਅਟੈਚ ਤਾਂ ਹੈਗਾ ਵਾਂ, ਮੈਂ ਇਸ ਗਲਾਸ ਨੂੰ ਇਹ ਤਾਂ ਕਹਿਣਾ ਕਿ ਜਿੰਨਾ ਚੱਕ ਇਹ ਮੇਰੇ ਹੱਥ 'ਚ ਆ ਮੈਂ ਪਾਵਰਫੁਲ ਆ, ਪਰ ਜਿਸ ਦਿਨ ਇਹ ਟੁੱਟਿਆ ਨਾ ਤੇ ਉਸ ਦਿਨ ਮੈਂ ਵੀ ਨਾਲ ਹੀ ਟੁੱਟੂੰਗਾ। ਸੋ ਜਸਟ ਅਵੇਅਰਨੈਸ ਐਂਡ ਹੌਲੀ ਹੌਲੀ ਥੋੜ੍ਹੇ ਥੋੜ੍ਹੇ ਕਰਕੇ ਆਪਦੇ ਆਪ 'ਚ ਬਦਲਾਵ। ਸਭ ਤੋਂ ਪਹਿਲਾਂ ਤਾਂ ਸਮਝ ਆਉਣੀ ਬੜੀ ਜ਼ਰੂਰੀ ਹੈ ਕਿ ਇਹ ਚੀਜ਼ ਮੇਰੇ ਨਾਲ ਹੋ ਰਹੀ ਆ। ਥੈਂਕ ਯੂ ਐਵਰੀਵਨ, ਹੋਪ ਯੂ ਇੰਜੋਇਡ ਐਂਡ ਕੱਲ੍ਹ ਨੂੰ ਇੱਕ ਅਸੀਂ ਨਵਾਂ ਲਾਈਵ ਸੈਸ਼ਨ ਲੈ ਕੇ ਆਵਾਂਗੇ। ਥੈਂਕ ਯੂ।